जे किसी ने खालसे की बेपरवाही देखनी है तो तखत श्री केसगढ़ साहब श्री आनंदपुर साहब की पावन धरती के उत्ते आके देख सकता है। भगवंत मान का एक बयान आता है कि खालसा बेपरवाह नहीं, खालसा तो लापरवाह है। तुसीं इस बयान को किवें देखदे? भगवंत मान नूं दसना चाहुंदा खालसा वाकई बेपरवाह। देखो पंजाब दे विच सरकारां फेल हो गईयां, उत्थे खालसा लंगर पहुंचा रिहा। ते मैं भगवंत मान नूं पुछना चाहुंदा, तुसीं मैंबर पार्लीमेंट हो, तुसीं आपदे हलके च किन्ने क लंगर लाए आ? टारगेट करना जथेदार नूं इदां दी गल कहनी, तुसीं इस गल नाल सहमत हो जां नहीं? ते ये कौन हुंदे श्री अकाल तख्त साहिब दे जथेदार नूं सवाल करन वाले? इधर इलैक्शन भी आ रहा, आम आदमी पार्टी भी कहती है असीं आपदे जिन्नी कोई सपोर्ट होई ओह करांगे, श्रोमणी कमेटी आज़ाद करावांगे। एक पासे टारगेट कर रहे, फिर जथेदारां नूं टारगेट करना तुहानूं नहीं लगदा कि एक सिੱਖੀ ਦੇ खिलाफ जिहड़ा मैसेज गया सी? इस तो ये लगता कि जिहड़ी आम आदमी पार्टी वो सिख विरोधी आ। ਇਹ ਤਾਂ ਨਹੀਂ ਵੀ ਬਾਦਲਾਂ ਦੇ ਜਿਹੜੀ ਹੱਕ 'ਚ ਜਾਂਦੀ ਉਹ ਸਟੇਟਮੈਂਟ ਦੇ ਰਹੇ? जे श्रोमणी अकाली दल जे काम करूगा तो श्रोमणी अकाली दल के खिलाफ भी बोलते हैं, तो ਜਿਹੜਾ भी गलत काम करू कौम के खिलाफ ਚੱਲੂਗਾ ਉਹਦੇ ਖਿਲਾਫ ਬੋਲਾਂਗੇ। ਕੁਝ ਸ਼੍ਰੋਮਣੀ ਕਮੇਟੀ ਫੈਸਲੇ ਅਜਿਹੇ ਕਰ ਦਿੰਦੀ ਹੈ ਕਿ ਜਿੰਦੇ ਕਰਕੇ ਲੋਕਾਂ ਦੇ ਵਿੱਚ ਜਿਹੜਾ ਉਹਨਾਂ ਦਾ ਵਿਸ਼ਵਾਸ ਬਣਿਆ ਸੀਗਾ ਉਹ ਉੱਡ ਜਾਂਦਾ। ਉਹ ਤਾਂ ਪਤਾ ਹੀ ਆਪ ਸਭ ਦੁਨੀਆ ਨੂੰ ਹੀ ਪਤਾ, ਪੰਜਾਬ ਦੇ ਲੋਕਾਂ ਨੂੰ ਕਿਉਂ, ਦੇਸ਼ ਵਿਦੇਸ਼ ਦੇ ਲੋਕਾਂ ਨੂੰ ਹੀ ਪਤਾ ਕਿ ਉਹ ਬਾਦਲ ਦੇ ਲਿਫਾਫੇ 'ਚ ਨਿਕਲਦਾ, SGPC ਦਾ ਪ੍ਰਧਾਨ ਕੋਈ ਵੀ ਲੱਗਦਾ। ਕਾਲ ਚੈਨਲ ਦੇਖ ਰਹੇ ਦੇਸ਼ ਵਿਦੇਸ਼ ਦੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ। ਮੈਂ ਹਾਂ ਜਗਮੀਤ ਸਿੰਘ। ਅੱਜ ਅਸੀਂ ਗੱਲਬਾਤ ਕਰਾਂਗੇ ਆਨੰਦਪੁਰ ਸਾਹਿਬ ਦਾ ਜਿਹੜਾ ਹੋਲਾ ਮਹੱਲਾ ਮਨਾਇਆ ਗਿਆ ਸੀਗਾ, ਉਸ ਤੋਂ ਬਾਅਦ ਕੋਵਿਡ-19 ਨਾਮ ਦਾ ਇੱਕ ਵਾਇਰਸ ਆਉਂਦਾ ਹੈ, ਉਸ ਨੂੰ ਲੈ ਕੇ ਪੰਜਾਬ ਦੇ ਵਿੱਚ ਸਾਰੀਆਂ ਸਿਆਸੀ ਧਿਰਾਂ ਵੱਲੋਂ ਉਸ 'ਤੇ ਸਿਆਸਤ ਕੀਤੀ ਗਈ। ਜਿਵੇਂ ਆਨੰਦਪੁਰ ਸਾਹਿਬ ਦਾ ਹੋਲਾ ਮਹੱਲਾ ਮਨਾਇਆ ਗਿਆ ਸੀ ਤੇ ਉੱਥੇ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਹਰਪ੍ਰੀਤ ਸਿੰਘ ਵੱਲੋਂ ਇੱਕ ਬਿਆਨ ਦਿੱਤਾ ਜਾਂਦਾ ਸੀ ਕਿ ਖਾਲਸਾ ਬੇਪਰਵਾਹ ਹੈ, ਇਹ ਕਿਸੇ ਦੀ ਪਰਵਾਹ ਨਹੀਂ ਕਰਦਾ, ਕੋਈ ਵਾਇਰਸ ਨਾਮ ਦੀ ਇੱਦਾਂ ਦੀ ਕੋਈ ਚੀਜ਼ ਨਹੀਂ ਗੀ। ਉਸ ਤੋਂ ਬਾਅਦ ਹੀ ਪਤਾ ਲੱਗਿਆ ਕਿ ਵਾਇਰਸ ਜ਼ਿਆਦਾ ਖਤਰਨਾਕ ਸੀ। ਉਸ ਤੋਂ ਬਾਅਦ ਜੋ ਹਦਾਇਤਾਂ ਸੀ ਸਾਰੇ ਸਿੱਖਾਂ ਨੇ ਉਸ ਦੀ ਪਾਲਣਾ ਵੀ ਕੀਤੀ। ਜੋ ਆਨੰਦਪੁਰ ਸਾਹਿਬ ਤੋਂ ਲੋਕ ਘਰਾਂ ਦੇ ਵਿੱਚ ਆਏ ਸਨ, ਜਦੋਂ ਬਲਦੇਵ ਸਿੰਘ ਪੋਜ਼ੀਟਿਵ ਪਾਇਆ ਗਿਆ ਤਾਂ ਉਹਨਾਂ ਸਾਰਿਆਂ ਦੀ ਜਾਂਚ ਪੜਤਾਲ ਵੀ ਹੋਈ। ਜਾਂਚ ਪੜਤਾਲ ਤੋਂ ਪਤਾ ਲੱਗਿਆ ਕਿ ਸਿਰਫ ਇੱਕ ਬਲਦੇਵ ਸਿੰਘ ਹੀ ਸੀ ਜਿਹੜਾ ਪੋਜ਼ੀਟਿਵ ਸੀ, ਬਾਕੀ ਜਿਹੜੇ ਉੱਥੇ ਲੱਖਾਂ ਦੀ ਗਿਣਤੀ ਵਿੱਚ ਸੰਗਤ ਘਰਾਂ ਦੇ ਵਿੱਚ ਆਈ ਸੀ ਸਾਰੀ ਨੈਗੇਟਿਵ ਪਾਈ ਗਈ। ਪਰ ਉਸ ਤੋਂ ਬਾਅਦ ਵਿਸਾਖੀ ਦੇ ਤਿਉਹਾਰ ਦੇ ਨਜ਼ਦੀਕ ਆ ਕੇ ਇੱਕ ਨਿੱਜੀ ਚੈਨਲ 'ਤੇ ਬਹਿਸ ਕਰਦਿਆਂ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਸਨ ਜਿਹੜੇ ਭਗਵੰਤ ਮਾਨ, ਉਹਨਾਂ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਖਾਲਸਾ ਬੇਪਰਵਾਹ ਨਹੀਂ ਹੈ, ਖਾਲਸਾ ਲਾਪਰਵਾਹ ਹੈ, ਹੁਣ ਵਿਸਾਖੀ ਕਿਉਂ ਨਹੀਂ ਮਨਾਉਂਦਾ ਗਾ। ਫਿਰ ਉਹਨਾਂ ਨੇ ਅਜਿਹਾ ਬਿਆਨ ਦੇ ਕੇ ਜਿਹਦੇ ਕਰਕੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ ਸਨ। ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਗਿਆਨੀ ਹਰਪ੍ਰੀਤ ਸਿੰਘ ਦੀ ਉਸ ਤੋਂ ਬਾਅਦ ਵੀ ਸਟੇਟਮੈਂਟ ਆਈ ਸੀ। ਇਸ ਦੇ ਸੰਬੰਧੀ ਸਾਡੇ ਨਾਲ ਅੱਜ ਮੌਜੂਦ ਨੇ ਭਾਈ ਦਲੇਰ ਸਿੰਘ, ਸਿੱਖ ਸਟੂਡੈਂਟ ਫੈਡਰੇਸ਼ਨ ਦੇ ਕੌਮੀ ਪ੍ਰਧਾਨ। ਜਿਵੇਂ ਕਿ ਐਡਵੋਕੇਟ ਫੁਲਕਾ ਸਾਹਿਬ ਦਾ ਜਿਹੜਾ ਬਿਆਨ ਆਇਆ ਸੀਗਾ ਨਿਹੰਗਾਂ ਦੇ ਮਸਲੇ 'ਤੇ, ਉਸ 'ਤੇ ਵੀ ਇਹ ਗੱਲਬਾਤ ਕਰਨਾ ਚਾਹੁੰਦੇ। ਸਾਰੀ ਗੱਲਬਾਤ ਕਰਾਂਗੇ। ਸਭ ਤੋਂ ਪਹਿਲਾਂ ਫਤਿਹ ਅੱਜ ਕਰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦਲੇਰ ਸਿੰਘ ਜੀ, ਜਿਵੇਂ ਕਿ ਭਗਵੰਤ ਮਾਨ ਦਾ ਇੱਕ ਬਿਆਨ ਆਉਂਦਾ ਹੈ ਕਿ ਖਾਲਸਾ ਬੇਪਰਵਾਹ ਨਹੀਂ, ਖਾਲਸਾ ਤਾਂ ਲਾਪਰਵਾਹ ਹੈ, ਤੁਸੀਂ ਇਸ ਬਿਆਨ ਨੂੰ ਕਿਵੇਂ ਦੇਖਦੇ? ਬਹੁਤ ਦੁੱਖ ਦੀ ਗੱਲ ਆ ਜੀ। ਆਮ ਆਦਮੀ ਪਾਰਟੀ ਦੇ ਜ਼ਿੰਮੇਵਾਰ ਨੇ, ਪੰਜਾਬ ਦੇ ਪ੍ਰਧਾਨ ਨੇ ਭਗਵੰਤ ਮਾਨ ਜੀ, ਕੋਈ ਆਮ ਇਨਸਾਨ ਬੱਚਾ ਤਾਂ ਨਹੀਂਗਾ। ਉਹਨਾਂ ਨੇ ਪਿਛਲੇ ਦਿਨੀ ਇੱਕ TV ਚੈਨਲ 'ਤੇ ਬੋਲਦੇ ਹੋਇਆਂ ਬਹਿਸ ਦੇ ਵਿੱਚ ਕਿਹਾ ਕਿ ਖਾਲਸਾ ਲਾਪਰਵਾਹ। ਇਹਨਾਂ ਨੇ ਵੀ ਸਿੰਘ ਸਾਹਿਬ ਨੇ ਹੋਲੇ ਮਹੱਲੇ 'ਤੇ ਬੋਲਦਿਆਂ ਕਿਹਾ ਸੀ ਖਾਲਸਾ ਬੇਪਰਵਾਹ, ਅਤੇ ਵੀ ਹੁਣ ਵਿਸਾਖੀ ਕਿਉਂ ਨਹੀਂ ਮਨਾਉਂਦੇਗੇ। ਬਹੁਤ ਦੁੱਖ ਦੀ ਗੱਲ ਆ ਕਿ ਜਦੋਂ ਹੋਲਾ ਮਹੱਲਾ ਸੀ ਉਸ ਦਿਨ ਪੰਜਾਬ ਦੇ ਵਿੱਚ, ਚਾਹੇ ਸਮੁੱਚੇ ਭਾਰਤ ਦੇ ਵਿੱਚ, ਕੋਈ ਲੋਕਡਾਊਨ ਦਾ ਸੱਦਾ ਨਹੀਂ ਦਿੱਤਾ ਸੀ ਸਰਕਾਰਾਂ ਵੱਲੋਂ, ਨਾ ਕੇਂਦਰ ਵੱਲੋਂ ਨਾ ਪੰਜਾਬ ਸਰਕਾਰ ਵੱਲੋਂ। ਹੋਲਾ ਮਹੱਲਾ ਮਨਾਇਆ ਗਿਆ, ਲੱਖਾਂ ਦੀ ਗਿਣਤੀ ਸੰਗਤਾਂ ਉੱਥੇ ਪਹੁੰਚੀਆਂ। ਉਸ ਤੋਂ ਬਾਅਦ ਭਾਈ ਬਲਦੇਵ ਸਿੰਘ ਜੀ ਜੋ ਬਾਹਰੋਂ ਆਏ ਸੀਗੇ, ਉਹਨਾਂ ਨੂੰ ਪਤਾ ਨਹੀਂ ਸੀਗਾ ਕਿ ਮੈਨੂੰ ਇਹ ਕਰੋਨਾ ਦੀ ਬਿਮਾਰੀ ਲੱਗੀ ਹੋਈ ਹੈ, ਪੀੜਤ ਹਾਂ ਮੈਂ। ਉਹ ਉਹਦੇ ਪਰਿਵਾਰ 'ਚ ਗਿਆ, ਪਰਿਵਾਰ 'ਚ ਰਿਹਾ। ਜੇ ਉਹ ਕਿਹੜਾ ਸਮਾਜ ਵਿਰੋਧੀ ਅਨਸਰ ਸੀਗਾ ਕੋਈ, ਨਹੀਂ ਤਾਂ ਉਹਦੇ ਪਰਿਵਾਰ 'ਚ ਹੀ ਨਾ ਜਾਂਦਾ। ਜੇ ਉਹਨੇ ਸਮਾਜ ਨੂੰ ਇਹੋ ਜਿਹੀ ਬਿਮਾਰੀ ਦੇਣੀ ਹੁੰਦੀ, ਜੇ ਜਾਣ ਬੁੱਝ ਕੇ ਉਹਨੇ ਇਹ ਕੰਮ ਕੀਤਾ ਹੁੰਦਾ ਤਾਂ ਉਹਦੇ ਪਰਿਵਾਰ 'ਚ ਤਾਂ ਨਾ ਜਾਂਦਾ। ਅਤੇ ਉਸ ਇਸ਼ੂ ਨੂੰ ਲੈ ਕੇ ਭਗਵੰਤ ਮਾਨ ਨੇ ਜੋ ਸਿੱਖ ਕੌਮ 'ਤੇ ਅਟੈਕ ਕੀਤਾ, ਜਿਹਦੇ ਨਾਲ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ। ਕਿ ਹੋਲੇ ਮਹੱਲੇ ਦੇ ਜੋ ਤਿਉਹਾਰ ਦੇ ਉੱਤੇ ਸਿੱਖ ਸੰਗਤਾਂ ਵੱਡੀ ਪੱਧਰ 'ਤੇ ਇਕੱਤਰ ਹੋਈਆਂ ਸੀ। ਪੰਜਾਬ ਤੋਂ, ਦੁਨੀਆ ਭਰ ਤੋਂ, ਵਿਦੇਸ਼ਾਂ ਤੋਂ ਸੰਗਤਾਂ ਹਰੇਕ ਸਾਲ ਆਉਂਦੀਆਂ। ਉੱਥੇ ਬੋਲਦਿਆਂ ਹੋਇਆਂ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਕਿਹਾ ਸੀ ਕਿ ਖਾਲਸਾ ਬੇਪਰਵਾਹ। ਵਾਕਈ ਖਾਲਸਾ ਬੇਪਰਵਾਹ। ਮੈਂ ਭਗਵੰਤ ਮਾਨ ਜੀ ਨੂੰ ਪੁੱਛਣਾ ਚਾਹੁੰਦਾ
ਕਿ ਇਹ ਕਹਿ ਰਹੇ ਆ ਕਿ ਦਮਦਮਾ ਸਾਹਿਬ ਵਿਸਾਖੀ ਕਿਉਂ ਨਹੀਂ ਮਨਾਉਂਦੇਗੇ। ਵਿਸਾਖੀ ਮਨਾਉਣ ਨੂੰ ਖਾਲਸਾ ਅੱਜ ਵੀ ਤਿਆਰ ਆ, ਪਰ ਉਸ ਤੋਂ ਬਾਅਦ ਕੇਂਦਰ ਸਰਕਾਰ ਨੇ ਸੱਦਾ ਦਿੱਤਾ, ਪੰਜਾਬ ਸਰਕਾਰ ਵੱਲੋਂ ਲੋਕਡਾਊਨ ਕੀਤਾ ਗਿਆ, ਤਾਂ ਹੀ ਉਸ ਮੱਦੇਨਜ਼ਰ ਲੋਕਾਂ ਦੀ ਭਲਾਈ ਵਾਸਤੇ, ਕਿਉਂਕਿ ਖਾਲਸਾ ਪੰਥ ਹਮੇਸ਼ਾ ਹੀ ਰੋਜ਼ਾਨਾ ਅਰਦਾਸ ਕਰਦਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਰਬੱਤ ਦੇ ਭਲੇ ਵਾਸਤੇ ਉਹਦੀ ਪਾਲਣਾ ਕਰਦਿਆਂ ਹੋਇਆਂ ਇਹ ਖਾਲਸਾ ਪੰਥ ਦਾ ਸਾਜਨਾ ਦਿਹਾੜਾ ਨਹੀਂ ਮਨਾਇਆ ਗਿਆ। ਤੇ ਉੱਥੇ ਭਗਵੰਤ ਮਾਨ ਨੇ ਬਹੁਤ ਹੀ ਗਲਤ ਤੁਸੀਂ ਕਾਰਨ ਕੀ ਮੰਨਦੇ ਹੋ ਕਿ ਸਿੱਧਾ ਅਟੈਕ ਜਿਹੜਾ ਉਹ ਇੱਕ ਜਥੇਦਾਰ ਨੂੰ ਕਿਹਾ ਮੇਰੇ ਨਾਲ ਬਹਿਸ ਕਰੇ, ਬਹੁਤ ਵੱਡੀ ਉੱਚ ਪਦਵੀ ਹੈਗੀ ਆ, ਠੀਕ ਹੈ ਮੰਨ ਲੈਂਦੇ ਆ ਕਿ ਸ਼੍ਰੋਮਣੀ ਕਮੇਟੀ ਜਿਵੇਂ ਭਗਵੰਤ ਮਾਨ ਕਹਿੰਦੇ ਕਿ ਕਿਹਨਾਂ ਦੇ ਕਬਜ਼ੇ ਦੇ ਵਿੱਚ ਹੈਗੀ ਆ, ਪਰ ਜਿਹੜਾ ਉੱਥੋਂ ਦਾ ਅਹੁਦੇ ਦਾ ਬੈਠੇ ਹੋਏ ਬਰਾਜਮਾਨ ਨੇ ਅੱਜ ਉਹ ਜਿਹੜੇ ਫੈਸਲੇ ਸਹੀ ਵੀ ਕਰ ਰਹੇ ਨੇ, ਪਰ ਉਹਨਾਂ ਨੂੰ ਟਾਰਗੇਟ ਕਰਨ ਦਾ ਮਕਸਦ ਕੀ ਹੋਵੇਗਾ ਉਹਨਾਂ ਦਾ? ਬਹੁਤ ਮਾੜੀ ਗੱਲ ਹੈ ਜੀ। ਇੱਕ ਨਸ਼ੇੜੀ ਆ ਸਮਝਦਾ ਮੈਂ ਤਾਂ ਇਹਨੂੰ, ਕਿਉਂਕਿ 2015 ਦੇ ਵਿੱਚ ਜਦੋਂ ਬਾਈਬਲ ਗੋਲੀ ਕਾਂਡ ਹੋਇਆ, 2 ਸਿੰਘ ਸ਼ਹੀਦ ਹੋਏ, ਉਹਨਾਂ ਦੇ ਭੋਗ ਤੇ ਆਇਆ, ਉਦੋਂ ਵੀ ਸ਼ਰਾਬ ਪੀ ਕੇ ਆਇਆ। ਉਦੋਂ ਪਹਿਲਾਂ ਦਮਦਮਾ ਸਾਹਿਬ ਤਲਵੰਡੀ ਸਾਬੋ ਜਦੋਂ ਬੀਬੀ ਬਲਜਿੰਦਰ ਕੌਰ ਨੇ ਬਾਈ ਇਲੈਕਸ਼ਨ ਲੜਿਆ, ਉਦੋਂ ਵੀ ਇਹ ਉੱਥੇ ਸ਼ਰਾਬ ਪੀ ਕੇ ਆਇਆ। ਸ਼ਰਾਬ ਪੀਣ ਦਾ ਆਦੀ ਉਹਦੇ ਵੀ ਚੈਨਲ ਦੇ ਉੱਤੇ ਸ਼ਰਾਬੀ ਸੀ, ਮੇਰੇ ਹਿਸਾਬ ਨਾਲ ਕੋਈ ਨਸ਼ਾ ਕੀਤਾ ਸੀ ਇਹਦਾ। ਉੱਥੇ ਵਾਰ-ਵਾਰ ਕਹਿ ਰਿਹਾ ਸੀਗਾ, ਇੱਕ ਜਾਣ ਬੁੱਝ ਕੇ ਇਹਨੇ ਟਾਰਗੇਟ ਕੀਤਾ ਕੌਮ ਨੂੰ, ਜਦ ਕਿ ਦਮਦਮਾ ਹੋਲੇ ਮਹੱਲੇ ਤੇ ਜਾਣ ਵਾਲੀਆਂ ਸੰਗਤਾਂ ਦੇ ਵਿੱਚੋਂ ਕੋਈ ਕੇਸ ਪੋਜ਼ਿਟਿਵ ਨਹੀਂ ਆਇਆਗਾ, ਜਿੰਨੇ ਵੀ ਕੇਸ ਆ ਨੈਗੇਟਿਵ ਆਏ ਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਕਿਰਪਾ ਹੋਈ ਆ। ਦੇਖੋ ਭਾਈ ਬਲਦੇਵ ਸਿੰਘ ਦਾ ਪਰਿਵਾਰ, ਉਹ ਵੀ ਸਾਰਾ ਨੈਗੇਟਿਵ ਆ ਗਿਆ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਕਿਰਪਾ ਕੀਤੀ। ਇਹ ਬੰਦੇ ਨੇ ਜਾਣ ਬੁੱਝ ਕੇ, ਪਰ ਇਹਦੇ ਵਿੱਚ ਜਿੱਥੋਂ ਤੱਕ ਮੇਰਾ ਖਿਆਲ ਆ ਕਿ ਉਹੋ ਜਿਹੇ ਬੰਦੇ ਅੱਜ ਸਾਡੀ ਕੌਮ ਨੂੰ ਜੋ ਉਂਗਲਾਂ ਠਾ ਰਹੇ ਆ, ਇਹਨਾਂ ਨੂੰ ਮੌਕਾ ਸਾਡੇ ਆਪਣੇ ਨੇ ਦਿੱਤਾ। ਕਿਉਂਕਿ ਪਿਛਲੇ ਸਮੇਂ ਸਾਡੇ ਜਥੇਦਾਰ ਸਾਹਿਬਾਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉਦੋਂ ਜਦੋਂ ਸਰਕਾਰ ਸੀ, ਉਹਨਾਂ ਨੇ ਜਾਣ ਬੁੱਝ ਕੇ ਗਲਤ ਫੈਸਲੇ ਕਰਾਏ, ਜਿਵੇਂ ਸਰਸੇ ਵਾਲੇ ਦਾ ਜੋ ਸਰਸੇ ਨੂੰ ਮਾਫੀ ਦਿੱਤੀ ਸੀ, ਹੋਰ ਵੀ ਅਨੇਕਾਂ ਫੈਸਲੇ ਹੋਏ ਜਿਹੜੇ ਸਿੱਖਾਂ ਦੇ ਹਿਰਦੇ ਵਲੂੰਦਰੇ ਗਏ ਸੀ। ਸਿੱਖ ਖੁਸ਼ ਨਹੀਂ ਆਏ, ਨਾਰਾਜ਼ ਚੱਲ ਰਹੇ ਸਨ ਸ਼੍ਰੋਮਣੀ ਕਮੇਟੀ ਤੋਂ। ਇਹ ਗੱਲਾਂ ਕਲੀਅਰ ਹੋਣ ਲੱਗ ਪਈਆਂ ਸਨ ਕਿ ਇਹਦੇ ਉੱਤੇ ਬਾਦਲਾਂ ਦਾ ਕਬਜ਼ਾ ਹੈ, ਪਰ ਇੱਕ ਟਾਰਗੇਟ ਕਰਨਾ, ਜਥੇਦਾਰ ਨੂੰ ਇਦਾਂ ਦੀ ਗੱਲ ਕਹਿਣੀ, ਤੁਸੀਂ ਇਸ ਗੱਲ ਨਾਲ ਸਹਿਮਤ ਹੋ ਜਾਂ ਨਹੀਂ? ਅਸੀਂ ਬਿਲਕੁਲ ਸਹਿਮਤ ਨਹੀਂ। ਸ੍ਰੀ ਅਕਾਲ ਤਖਤ ਸਾਹਿਬ ਸਾਡੀ ਜਿੰਦ ਜਾਨ ਆ। ਸ੍ਰੀ ਅਕਾਲ ਤਖਤ ਸਾਹਿਬ ਦੀ ਖਾਤਰ ਅਨੇਕਾਂ ਹੀ ਨੌਜਵਾਨਾਂ ਨੇ ਸ਼ਹੀਦੀਆਂ ਦਿੱਤੀਆਂ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ, ਆਲ ਇੰਡੀਆ ਸਿੱਖ ਨੂਰ ਫੈਡਰੇਸ਼ਨ ਦੇ ਕੌਮੀ ਪ੍ਰਧਾਨ, ਅਮਰ ਸ਼ਹੀਦ ਭਾਈ ਅਮਰੀਕ ਸਿੰਘ, ਜਰਨਲ ਸ਼ਬੇਕ ਸਿੰਘ, ਬਾਬਾ ਠਾਰਾ ਸਿੰਘ, ਅਨੇਕਾਂ ਹੀ ਨੌਜਵਾਨਾਂ ਨੇ, ਸਿੰਘ ਸਿੰਘਣੀਆਂ ਬੀਬੀਆਂ ਨੇ ਸ਼ਹੀਦੀਆਂ ਦਿੱਤੀਆਂ ਅਕਾਲ ਤਖਤ ਸਾਹਿਬ ਦੀ ਖਾਤਰ। ਪਰ ਅੱਜ ਇਹੋ ਜਿਹੇ ਬੰਦੇ ਸਾਡੇ ਅਕਾਲ ਤਖਤ ਸਾਹਿਬ ਨੂੰ ਕਿਉਂ ਚੈਲੰਜ ਕਰਨਗੇ? ਨਾ ਇਹਨਾਂ ਦਾ ਕੋਈ ਸਿੱਖੀ ਸਰੂਪ ਆ, ਨਾ ਇਹਨਾਂ ਦੇ ਮੂੰਹ ਤੇ ਦਾੜੀ ਆ, ਕੇਸ ਇਹਨਾਂ ਦੇ ਕਤਲ ਕੀਤੇ ਹੋਏ। ਇਹ ਕੌਣ ਹੁੰਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਸਵਾਲ ਕਰਨ ਵਾਲੇ? ਪਰ ਜਿੱਥੇ ਮੈਂ ਤੁਹਾਨੂੰ ਅੱਗੇ ਦੱਸਿਆ, ਸਾਡੇ ਆਪਣਿਆਂ ਦੀਆਂ ਗਲਤੀਆਂ ਦੇ ਕਾਰਨ ਅੱਜ ਇਹ ਲੋਕ ਉਂਗਲਾਂ ਉਠਾ ਰਹੇ ਆ। ਪਰ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਬਹੁਤ ਸਿਆਣਪ ਨਾਲ ਚੱਲ ਰਹੇ ਆ। ਅੱਜ ਤੱਕ ਜਿੰਨੇ ਵੀ ਉਹਨਾਂ ਨੇ ਫੈਸਲੇ ਕੀਤੇ ਆ, ਚਾਹੇ ਕੌਮ ਦੀ ਕੋਈ ਵੀ ਗੱਲ ਹੁੰਦੀ, ਉਹ ਉਸ ਵਿਸ਼ੇ 'ਤੇ ਉਹ ਵਿਵਾਕ ਹੋ ਕੇ ਬੋਲਦੇ ਆ, ਜੁਰਤ ਨਾਲ ਬੋਲਦੇ ਆ, ਕੌਮ ਦੀ ਗੱਲ ਕਰਦੇ ਆ। ਜਿਵੇਂ ਤੁਸੀਂ ਗੱਲ ਕੀਤੀ ਕਿ ਉਹ ਸ਼ਰਾਬੀ ਸੀਗਾ, ਪਹਿਲਾਂ ਉਹ 15 ਦੇ ਵਿੱਚ ਬਾਈਬਲ ਜਦੋਂ ਉਹਨਾਂ ਦੇ ਭੋਗ ਤੇ ਆਇਆ ਸ਼ਹੀਦਾਂ ਸਿੰਘਾਂ ਦੇ, ਉੱਥੇ ਵੀ ਉਹਦੀ ਸ਼ਰਾਬ ਪੀਤੀ ਹੋਈ ਸੀ। ਤਲਵੰਡੀ ਸਾਬੋ ਉੱਥੇ ਗਿਆ, ਉੱਥੇ ਵੀ ਸ਼ਰਾਬ ਪੀਤੀ ਹੋਈ ਸੀ। ਇਸ ਦਾ ਕਾਰਨ ਫਿਰ ਕੀ ਆ? ਉਹ ਤੁਸੀਂ ਕਹਿੰਦੇ ਇੱਕ ਨਸ਼ੇੜੀ ਤੱਕ ਤੁਸੀਂ ਦੱਸਿਆ ਉਸ ਨੂੰ, ਮੰਨ ਲੈਂਦੇ ਆ ਬੜੇ ਲੋਕ ਉਹਨਾਂ ਨੂੰ ਕਹਿੰਦੇ ਨੇ, ਪਰ ਇੱਕ ਉਹ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਸਾਡਾ ਆਉਣ ਵਾਲਾ ਮੁੱਖ ਮੰਤਰੀ ਵੀ ਇਹ ਆ, ਪਰ ਉਹਨਾਂ ਵੱਲੋਂ ਅਜਿਹੇ ਬਿਆਨ ਦੇਣੇ ਸਿੱਖਾਂ ਦੇ ਵਿੱਚ ਐਂ ਨਹੀਂ ਲੱਗਦਾ ਵੀ ਜਿਹੜੀ ਸਿੱਖ ਵੋਟ ਆ ਉਹ ਟੁੱਟੂਗੀ ਜਾਂ ਉਹਨਾਂ 'ਚ ਸਿੱਖਾਂ ਦੇ ਵਿੱਚ ਫੁੱਟ ਪਊਗੀ ਜਾਂ ਦੀਵਾਰ ਖੜੀ ਹੋ ਜਾਏਗੀ? ਅਸੀਂ ਭਗਵੰਤ ਮਾਨ ਨੂੰ ਦੱਸਣਾ ਚਾਹੁੰਦੇ ਹਾਂ ਕਿ ਆਉਣ ਵਾਲੇ ਸਮੇਂ 'ਚ ਜਦੋਂ ਪੰਜਾਬ ਦੇ ਵਿੱਚ ਨਿਕਲਣ ਤਾਂ ਸਹੀ, 22 ਦਾ ਇਲੈਕਸ਼ਨ ਆ ਰਿਹਾ, ਅਸੀਂ ਇਹਦਾ ਅੱਡੀਆਂ ਦਾ ਮੇਚਾ ਲਵਾਂਗੇ। ਭਗਵੰਤ ਮਾਨ ਨੂੰ ਅਸੀਂ ਦੱਸਣਾ ਚਾਹੁੰਦੇ ਹਾਂ, ਆਲ ਇੰਡੀਆ ਸਿੱਖ ਨੂਰ ਫੈਡਰੇਸ਼ਨ ਵੱਲੋਂ ਪੰਜਾਬ ਦੇ ਵਿੱਚ ਕਿਤੇ ਵੀ ਰੈਲੀ ਕਰੂਗਾ, ਅਸੀਂ ਉਹਦਾ ਸਖਤ ਵਿਰੋਧ ਕਰਾਂਗੇ। ਇਹਨੂੰ ਦੱਸਾਂਗੇ ਸਿੱਖ ਕੌਮ ਕੀ ਹੁੰਦੀ। ਆਲ ਇੰਡੀਆ ਸਿੱਖ ਨੂਰ ਫੈਡਰੇਸ਼ਨ ਦੇ ਨੌਜਵਾਨਾਂ ਜਿੰਨੇ ਵੀ ਜ਼ਿਲ੍ਹਿਆਂ ਦੇ ਵਿੱਚ ਸਾਡੀ ਜਥੇਬੰਦੀ ਦੇ ਆਗੂ ਆ, ਇਹਨੂੰ ਬੋਲਣ ਤੱਕ ਨਹੀਂ ਦੇਵਾਂਗੇ ਅਸੀਂ। ਤੁਸੀਂ ਕਿਸ ਤਰ੍ਹਾਂ ਦਾ ਵਿਰੋਧ, ਜਿਵੇਂ ਤੁਸੀਂ ਵਿਰੋਧ ਦੀ ਗੱਲ ਕੀਤੀ ਆ, ਵਿਰੋਧ ਕਿਵੇਂ ਦਾ ਹੋਊਗਾ? ਵਿਰੋਧ ਬੜੇ ਤਰ੍ਹਾਂ ਦਾ, ਕਾਲੀਆਂ ਝੰਡੀਆਂ ਵਿਖਾਉਣੀਆਂ ਜਾਂ ਉਹਦਾ ਬੈਂਕ ਕੇ ਫੈਸਲਾ ਕਰਨਾ ਹੋ ਸਕਦਾ। ਵੋਟਾਂ ਤੋਂ ਪਹਿਲਾਂ ਮਾਫੀ ਮੰਗ ਜੀ। ਜੇ ਉਹ ਮਾਫੀ ਮੰਗਦਾ ਠੀਕ ਆ, ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੂੰ ਉਹਦੇ ਬਾਰੇ ਵਿਚਾਰ ਕਰਨਗੇ, ਸਿੱਖ ਜਥੇਬੰਦੀਆਂ ਵਿਚਾਰ ਕਰਨਗੀਆਂ। ਜੇ ਉਹ ਮਾਫੀ ਮੰਗਦਾ ਉਸ ਤੋਂ ਬਾਅਦ ਉਸ ਤਰ੍ਹਾਂ ਦਾ ਫੈਸਲਾ ਕੀਤਾ ਜਾਊਗਾ। ਜੇ ਉਹ ਮਾਫੀ ਨਹੀਂ ਮੰਗਦਾ, ਕਾਲੀਆਂ ਝੰਡੀਆਂ ਵਿਖਾ ਕੇ ਉਹਦਾ ਸਥਾਨ ਤੇ ਉਹਨੂੰ ਬੋਲਣ ਨਹੀਂ ਦੇਵਾਂਗੇ, ਵਿਰੋਧ ਕਰਾਂਗੇ। ਕਿਉਂਕਿ ਉਹਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਉਂਗਲ ਉਠਾਈ ਆ ਬੰਦੇ ਨੇ। ਸਾਡੇ ਖਾਲਸਾ ਪੰਥ ਦੇ ਜਿਹੜੇ ਜਾਣ ਬੁੱਝ ਕੇ ਉਦੋਂ ਦੇਖੋ ਦਿੱਲੀ ਦੇ ਵਿੱਚ ਜਦੋਂ ਲੋਕਡਾਊਨ ਹੁੰਦਾ 28 ਤਰੀਕ ਨੂੰ, ਕੇਜਰੀਵਾਲ ਜਿੰਨੇ ਲੋਕ ਉੱਥੇ ਕੰਮ ਕਰਦੇ ਵਿਚਾਰੇ ਕਾਰਖਾਨਿਆਂ ਦੇ ਵਿੱਚ ਦਿੱਲੀ ਦੇ ਵਿੱਚ, ਉਹ ਘੱਟੋ ਘੱਟ ਯੂਪੀ ਦੇ ਹੀ ਯੂਪੀ ਸਰਕਾਰ ਦੇ ਕਹਿਣ ਮੁਤਾਬਕ 2 ਤੋਂ 2.5 ਲੱਖ ਬੰਦਾ ਇਕੱਲਾ ਯੂਪੀ ਦਾ ਸੀ, ਜਿਹੜੇ ਆਪਦੀਆਂ ਬੱਸਾਂ ਤੇ ਚੜ੍ਹਾ ਕੇ ਦਿੱਲੀ ਦੇ ਵਿੱਚ ਇੰਨਾ ਬੇਥਾਹ ਇਕੱਠ ਕੀਤਾ ਇਹਨਾਂ ਨੇ।
ਸੜਕਾਂ ਦੇ ਉੱਤੇ ਮੇਲਾ ਲੱਗਾ ਰਿਹਾ, ਤੁਰ ਕੇ ਆਪਦੇ ਜਿਹੜੇ ਘਰ ਵਾਪਸੀ ਕੀਤੀ ਉਹਨੇ। ਇਹਨਾਂ ਨੇ ਉੱਥੋਂ ਬੱਸਾਂ ਚਲਾਈਆਂ, ਉਹ ਘਰਾਂ ਦੇ ਉਹਨਾਂ ਨੂੰ ਬਾਰਡਰਾਂ ਤੇ ਛੱਡ ਕੇ ਆਏ। ਜਦ ਕਿ ਕੇਂਦਰ ਸਰਕਾਰ ਨੇ ਵੀ ਸੁਪਰੀਮ ਕੋਰਟ 'ਚ ਇੱਕ ਬਿਆਨ ਦਿੱਤਾ ਸੀ, ਹਲਫੀਆ ਬਿਆਨ, ਵੀ ਜਿਹੜੇ ਦਿੱਲੀ ਦੇ ਵਿੱਚੋਂ ਇਹ ਲੋਕ ਗਏ ਆ, ਇਹਨਾਂ ਦਸਾਂ ਦੇ ਪਿੱਛੇ 3 ਲੋਕਾਂ ਨੂੰ ਕਰੋਨਾ ਹੋ ਸਕਦਾ, ਵੀ 60,000 ਬੰਦੇ ਦੇ ਕਰੀਬ। ਉਹ ਯੂਪੀ ਸਰਕਾਰ ਪਿੱਟ ਰਹੀ ਵੀ ਸਾਨੂੰ ਬੰਦੇ ਥਿਆ ਹੀ ਨਹੀਂ ਰਹੇ ਜਿਹੜੇ ਇੱਥੋਂ ਗਏ ਆ, ਵੀ ਉਹਨਾਂ ਦੇ ਵਿੱਚੋਂ ਕੀ ਪਤਾ ਕਰੋਨਾ ਕਿਸੇ ਨੂੰ ਹੋਇਆ ਹੀ ਹੋਵੇ ਤੇ ਕਰੋਨਾ ਬਿਮਾਰੀ ਤੋਂ ਪੀੜਤ ਨਾ ਹੋਵੇ। ਕਿੰਨੀ ਵੱਡੀ ਗਲਤੀ ਕੀਤੀ, ਉੱਥੇ ਤਾਂ ਭਗਵੰਤ ਮਾਨ ਬੋਲਿਆ ਨਹੀਂ। ਦੂਸਰੇ ਨੰਬਰ ਤੇ ਦੇਖੋ, ਉਸ ਤੋਂ ਬਾਅਦ ਜਿਹੜਾ ਉਹ ਆਪਣਾ ਮੁਸਲਮਾਨਾਂ ਤੇ ਜੋ ਅਤਿਆਚਾਰ ਹੋਇਆ, ਉੱਥੇ ਨਹੀਂ ਇਹ ਬੋਲੇ ਸਰਕਾਰ ਇਹਨਾਂ ਦੀ। ਅਕਸਰ ਇਹ ਕਹਿੰਦੇ ਪੰਜਾਬ ਪੁਲਿਸ ਸਾਡੇ ਬੱਸ ਨਹੀਂ ਗਈ, ਸੌਰੀ ਦਿੱਲੀ ਪੁਲਿਸ ਸਾਡੇ ਅੰਡਰ ਨਹੀਂ ਗਈ। ਤੇ ਉੱਥੇ ਭਗਵੰਤ ਮਾਨ ਧਰਨਾ ਤਾਂ ਲਾਉਂਦਾ, ਰੌਲਾ ਤਾਂ ਪਾਉਂਦਾ। ਕੇਜਰੀਵਾਲ ਸਰਕਾਰ ਦੇ ਇਹਨਾਂ ਦੀ ਆਪਦੀ ਆ, ਇੱਕ ਰੋਣ ਪਿੱਟਣ ਦਾ ਕਰ ਹੀ ਸਕਦੇ ਸੀਗੇ ਸਰਕਾਰ ਦੇ ਖਿਲਾਫ। ਲੋਕਾਂ ਦੇ ਹੱਕ 'ਚ ਉਹ ਧਰਨੇ 'ਤੇ ਤਾਂ ਬੈਠ ਹੀ ਸਕਦੇ ਸੀ। ਉਸ ਤੋਂ ਬਾਅਦ ਵੇਖੋ ਉੱਥੇ ਗੁਰੂ ਘਰ ਦੇ ਵਿੱਚ SGPC ਵੱਲੋਂ ਬੱਸਾਂ ਚਲਾਈਆਂ ਗਈਆਂ, ਜਿਹੜੇ ਪੰਜਾਬ ਦੇ ਲੋਕ ਸੀ ਚਾਹੇ ਹਰਿਆਣੇ ਦੇ ਲੋਕ ਲਿਆਉਣ ਵਾਸਤੇ। ਉੱਥੇ ਇਕੱਠ ਵੱਧ ਗਿਆ ਤੇ ਇਕੱਠ ਵਧਣ ਦੇ ਕਾਰਨ ਉੱਥੇ ਇਹਨਾਂ ਦੀ ਸਰਕਾਰ ਵੱਲੋਂ SDM ਦੇ ਕਹਿਣ ਤੇ ਉੱਥੇ ਪਰਚਾ ਕੱਟਿਆ ਗਿਆ ਗੁਰਦੁਆਰਾ ਕਮੇਟੀ ਦੇ ਉੱਤੇ। ਅੱਜ ਗੁਰਦੁਆਰਾ ਕਮੇਟੀ ਉਹ ਲੰਗਰ ਚਲਾ ਰਹੀ ਆ, ਸਾਰੇ ਦਿੱਲੀ ਦੇ ਵਿੱਚ ਥਾਂ ਥਾਂ ਤੇ ਲੋੜਵੰਦਾਂ ਤੱਕ ਰਾਸ਼ਨ ਪਹੁੰਚਾ ਰਹੇ ਆ। ਦੂਜੇ ਨੰਬਰ ਤੇ ਭਗਵੰਤ ਮਾਨ ਨੂੰ ਦੱਸਣਾ ਚਾਹੁੰਦਾ, ਖਾਲਸਾ ਵਾਕਈ ਬੇਪਰਵਾਹ। ਦੇਖੋ ਪੰਜਾਬ ਦੇ ਵਿੱਚ ਸਰਕਾਰਾਂ ਫੇਲ ਹੋ ਗਈਆਂ, ਉੱਥੇ ਖਾਲਸਾ ਲੰਗਰ ਪਹੁੰਚਾ ਰਿਹਾ। ਤੇ ਮੈਂ ਭਗਵੰਤ ਮਾਨ ਨੂੰ ਪੁੱਛਣਾ ਚਾਹੁੰਦਾ, ਤੁਸੀਂ ਮੈਂਬਰ ਪਾਰਲੀਮੈਂਟ ਹੋ, ਤੁਸੀਂ ਆਪਦੇ ਹਲਕੇ 'ਚ ਕਿੰਨੇ ਕੁ ਲੰਗਰ ਲਾਏ ਆ? ਖਾਲਸਾ ਵਾਕਈ ਬੇਪਰਵਾਹ। ਜਿੱਥੇ ਵੀ ਲੋੜਵੰਦ ਨੂੰ ਲੋੜ ਪੈਂਦੀ ਹੈ, ਖਾਲਸਾ ਉੱਥੇ ਹਾਜ਼ਰ ਹੁੰਦਾ। ਜਿਵੇਂ ਆਉਣ ਵਾਲੇ ਸਮੇਂ ਦੇ ਵਿੱਚ ਸ਼੍ਰੋਮਣੀ ਕਮੇਟੀ ਦਾ ਇਲੈਕਸ਼ਨ ਵੀ ਆ ਰਿਹਾ, ਆਮ ਆਦਮੀ ਪਾਰਟੀ ਵੀ ਕਹਿੰਦੀ ਅਸੀਂ ਆਪਦੇ ਜਿੰਨੀ ਕੋਈ ਸਪੋਰਟ ਹੋਈ ਉਹ ਕਰਾਂਗੇ, ਸ਼੍ਰੋਮਣੀ ਕਮੇਟੀ ਆਜ਼ਾਦ ਕਰਾਵਾਂਗੇ। ਇੱਕ ਪਾਸੇ ਟਾਰਗੇਟ ਕਰ ਰਹੇ, ਜੇ ਸ਼੍ਰੋਮਣੀ ਕਮੇਟੀ ਮੰਨ ਲਓ ਬਾਦਲਾਂ ਦੇ ਕਬਜ਼ੇ 'ਚੋਂ ਵੱਸ ਤੋਂ ਬਾਹਰ ਆ ਜਾਂਦੀ ਆ, ਉਸ ਤੋਂ ਬਾਅਦ ਜੇਕਰ ਉੱਥੇ ਕੋਈ ਹੋਰ ਵੀ ਕਾਬਲ ਆਉਂਦਾ ਜਥੇਦਾਰ, ਤਾਂ ਜੇ ਚੰਗੇ ਫੈਸਲੇ ਕਰਦੇ ਉਹ ਹੀ ਰਹਿਣਗੇ। ਫਿਰ ਜਥੇਦਾਰਾਂ ਨੂੰ ਟਾਰਗੇਟ ਕਰਨਾ, ਤੁਹਾਨੂੰ ਨਹੀਂ ਲੱਗਦਾ ਕਿ ਇੱਕ ਸਿੱਖੀ ਦੇ ਖਿਲਾਫ ਜਿਹੜਾ ਮੈਸੇਜ ਗਿਆ ਸੀ? ਵਾਕਈ ਇਹ ਤਾਂ ਇੱਕ ਸੋਚੀ ਸਮਝੀ ਸਾਜ਼ਿਸ਼ ਲੱਗਦੀ। ਇਸ ਤੋਂ ਇਹ ਲੱਗਦਾ ਕਿ ਜਿਹੜੀ ਆਮ ਆਦਮੀ ਪਾਰਟੀ ਉਹ ਵੀ ਸਿੱਖ ਵਿਰੋਧੀ ਆ, ਕਿਉਂਕਿ ਇਹੋ ਜਿਹੀਆਂ ਗੱਲਾਂ ਕਰਨੀਆਂ ਵਾਰ-ਵਾਰ। ਇਹ ਤੇ ਕੇਜਰੀਵਾਲ ਉਹਨਾਂ ਦਾ ਰਾਸ਼ਟਰੀ ਪ੍ਰਧਾਨ, ਉਹਨੂੰ ਇਹ 'ਤੇ ਬੋਲਣਾ ਚਾਹੀਦਾ। ਪੰਜਾਬ ਦੇ 15-20 MLA ਆ, ਉਹਨਾਂ 'ਚੋਂ ਸਾਰੇ ਕੋਈ ਬੋਲਦਾ ਨਹੀਂ, ਹੋਰ ਕੋਈ ਬੋਲੇ ਤਾਂ ਉਹਦੇ ਖਿਲਾਫ ਮਿੰਟ ਵੀ ਦੀ ਐਕਸ਼ਨ ਲੈਂਦੇ ਆ। ਕੋਈ ਬਾਦਲ ਗਲਤੀ ਕਰਨ, ਕਾਂਗਰਸ ਗਲਤੀ ਕਰੇ, ਬੋਲਣਾ ਚਾਹੀਦਾ। ਮੈਂ ਨਹੀਂ ਤਾਂ ਬੋਲਣਾ ਜਦੋਂ ਆਪਦਾ ਗਲਤੀ ਕਰਦਾ ਉਦੋਂ ਵੀ ਬੋਲਣਾ ਚਾਹੀਦਾ ਨਾ। ਇਹ ਗਲਤ ਬੋਲ ਰਿਹਾ, ਕੌਮ ਦੇ ਖਿਲਾਫ ਬੋਲ ਰਿਹਾ, ਉਹਨਾਂ ਦੇ ਵਿੱਚ ਅੰਮ੍ਰਿਤਧਾਰੀ MLA ਵੀ ਹੈਗੇ, ਉਹਨਾਂ ਨੂੰ ਸਟੈਂਡ ਲੈਣਾ ਚਾਹੀਦਾ, ਇਸ ਤੇ ਬੋਲਣਾ ਚਾਹੀਦਾ ਸੀ, ਤੇ ਕਾਰਵਾਈ ਕਰਨੀ ਚਾਹੀਦੀ। ਸਾਰੇ ਚੁੱਪ ਕਿਉਂ ਹੋ ਗਏ ਇਸ ਮਸਲੇ ਤੇ? ਸਾਰੇ ਹੀ ਚੁੱਪ ਨੇ। ਦੇਖੋ ਪਤਾ ਨਹੀਂ ਕੀ ਗੱਲ ਆ ਜੀ, ਕਾਰਨ ਪਤਾ ਨਹੀਂ ਕੀ ਆ, ਕਿਉਂ ਨਹੀਂ ਬੋਲ ਰਹੇ। ਕਿ ਇੱਕ ਪਾਸੇ ਜਾਂਦੇ ਸੀ ਅਸੀਂ ਸੱਚ ਨੂੰ ਲੈ ਕੇ ਜਾ ਰਹੇ ਹਾਂ, ਵੀ ਰਾਜਨੀਤੀ ਜਿਹੜੀ ਗੰਧਲੀ ਰਾਜਨੀਤੀ ਨੂੰ ਸਾਫ਼ ਕਰਨ ਆਏ, ਅਸੀਂ ਰਾਜਨੀਤੀ ਕਰਨੀ ਆਏ, ਆਮ ਆਦਮੀ ਪਾਰਟੀ ਇਹੀ ਕਹਿ ਰਹੀ ਹੈ ਨਾ। ਤੇ ਪਰ ਉਹਨਾਂ ਦਾ ਪ੍ਰਧਾਨ ਦੇਖੋ ਇਹ ਕੌਮ ਨੂੰ ਨਿਸ਼ਾਨਾ ਬਣਾ ਰਿਹਾ। ਹੋਲੀ ਨਹੀਂ ਖੇਡੀ ਗਈ, ਹਿੰਦੂਆਂ ਦਾ ਤਿਉਹਾਰ ਨਹੀਂ ਮਨਾਇਆ ਗਿਆ। ਹੋਰ ਕਿੰਨੇ ਤਿਉਹਾਰ ਆਏ ਆ, ਉਹ ਵੀ ਮਨਾਈ ਗਏ ਆ। ਇੱਕ ਸਿੱਖ ਕੌਮ ਦੇ ਜਦੋਂ ਕਿ ਲਾਕਡਾਊਨ ਨਹੀਂ ਹੋਇਆ ਸੀ, ਜਦੋਂ ਵਾਇਰਸ ਆਇਆ ਹੀ ਨਹੀਂ ਸੀ, ਉਦੋਂ ਪਹਿਲਾਂ ਤਾਂ ਬੜਾ ਕੁਝ ਹੋਇਆ। ਮਾਘੀ ਦੇ ਉੱਤੇ ਰੈਲੀਆਂ ਵੀ ਹੁੰਦੀਆਂ ਰਹੀਆਂ ਨੇ, ਸਾਰਾ ਕੁਝ ਹੋਇਆ। ਮਾਘੀ ਦੇ ਮੇਲੇ ਵੀ ਲੱਗੇ ਨੇ, ਸਰਹੰਦ ਦੇ ਮੇਲੇ, ਬੜੇ ਤਰ੍ਹਾਂ ਦੇ ਮੇਲੇ ਜਿਹੜੇ ਆਉਂਦੇ ਨੇ, ਇਤਿਹਾਸਿਕ ਮੇਲੇ ਆਉਂਦੇ, ਇਤਿਹਾਸਿਕ ਜੋੜ ਮੇਲੇ ਆਉਂਦੇ, ਬੜੇ ਤਰ੍ਹਾਂ ਦੇ ਆਉਂਦੇ ਨੇ। ਹਿੰਦੂਆਂ ਦੇ ਰੀਤੀ ਰਿਵਾਜ ਤਿਉਹਾਰ ਆਉਂਦੇ, ਉਹ ਵੀ ਮਨਾਏ ਜਾਂਦੇ ਨੇ, ਸਾਰਾ ਕੁਝ ਹੀ ਹੋਇਆ। ਪਰ ਇੱਕ ਸਿੱਧਾ ਟਾਰਗੇਟ ਜਿਹੜਾ ਉਹ ਇੱਥੇ ਕਰ ਲੈਣਾ। ਇੱਕ ਪਾਸੇ ਜਿਹੜੇ ਉਹਨਾਂ ਦੇ ਜਿਹੜੇ ਕਹਿ ਸਕਦੇ, ਜਿਹੜੇ ਵਰਕਰ ਕਹਿ ਸਕਦੇ ਹੋ, ਉਹਨੂੰ ਮੁੱਖ ਮੰਤਰੀ ਆਉਣ ਵਾਲਾ ਮੰਨੀ ਬੈਠੇ ਵੀ ਸਾਡਾ ਜੇਕਰ ਸਰਕਾਰ ਆਉਂਦੀ ਤਾਂ ਭਗਵੰਤ ਮਾਨ ਮੁੱਖ ਮੰਤਰੀ ਹੋਵੇਗਾ। ਮੈਨੂੰ ਨਹੀਂ ਲੱਗਦਾ ਕਿ ਇਹੋ ਜਿਹੇ ਬੰਦੇ ਨੂੰ ਪੰਜਾਬ ਦੀ ਵਾਗਡੋਰ ਦੇਣੀ ਚਾਹੀਦੀ। ਜਾਂ ਸਿਆਣੇ ਆ ਲੋਕ ਪੰਜਾਬ ਦੇ, ਇਹਨੂੰ ਮੂੰਹ ਨਹੀਂ ਲਾਉਣਗੇ। ਪਤਾ ਲੱਗ ਗਿਆ, ਇਹਦੀਆਂ ਕਰਤੂਤਾਂ ਤੋਂ ਪਤਾ ਲੱਗੀ ਜਾਂਦਾ ਬੰਦੇ ਦੀਆਂ ਤੋਂ। ਪੰਜਾਬ ਦੇ ਲੋਕਾਂ ਨੇ ਵੋਟਾਂ ਪਾ ਕੇ ਹੀ ਇਹਨੂੰ ਪੰਜਾਬ ਦਾ ਮੁੱਖ ਮੰਤਰੀ ਬਣਾਉਣਾ। ਜੇ MLA ਬਣਨਗੇ ਤਾਂ ਇੱਥੋਂ ਪਤਾ ਲੱਗਦਾ। ਜਿਹੜੇ ਲੋਕ ਅੱਜ ਹੀ ਇਹ ਲੋਕ ਸਿੱਖ ਕੌਮ ਦੇ ਖਿਲਾਫ ਹੋਇਆ ਖੜਾ ਬੰਦਾ, ਜਿਹੜਾ ਵਾਰ-ਵਾਰ ਜਾਣ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਚੈਲੰਜ ਕਰ ਰਿਹਾ ਵੀ ਅਕਾਲ ਤਖ਼ਤ ਦਾ ਜਥੇਦਾਰ ਮੇਰੇ ਸਾਹਮਣੇ ਲਿਆਓ ਜੀ, ਲਾਈਵ ਕਰੋ ਜੀ, ਮੈਂ ਉਹਦੇ ਨਾਲ। ਇਹ ਕੌਣ ਹੁੰਦਾ ਅਕਾਲ ਤਖ਼ਤ ਸਾਹਿਬ ਨੂੰ ਚੈਲੰਜ ਕਰਨ ਵਾਲਾ? ਅਕਾਲ ਤਖ਼ਤ ਸਾਹਿਬ ਨੂੰ ਚੈਲੰਜ ਕਰਨ ਵਾਲੇ ਤੁਹਾਨੂੰ ਪਤਾ ਹੀ ਆ ਬਥੇਰੇ ਆਏ। ਇੱਕ ਇਹਨਾਂ ਦੇ ਐਡਵੋਕੇਟ ਹਰਿੰਦਰ ਸਿੰਘ ਫੂਲਕਾ ਦਾ ਜਿਹੜਾ ਬਿਆਨ ਆਉਂਦਾ ਹੈ ਕਿ ਜਿਹੜੇ ਪਟਿਆਲੇ ਦੇ ਵਿੱਚ ਘਟਨਾ ਵਾਪਰੀ ਸੀ, ਉਹ ਕਹਿੰਦੇ ਸੀ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ, ਜਿਹੜੇ ਥੋੜ੍ਹੇ ਦਿਨਾਂ ਦੇ ਵਿੱਚ ਬਣਦੀ ਸਜ਼ਾ ਜਿਹੜੀ ਵੀ ਹੈ ਸਲਾਖਾਂ ਦੇ ਪਿੱਛੇ ਸੱਟ ਦਿਓ। ਉਸ ਤੋਂ ਵੀ ਸਿੱਖਾਂ ਦੇ ਵਿੱਚ ਕਾਫੀ ਰੋਸ ਸੀ, ਸੋਸ਼ਲ ਮੀਡੀਆ 'ਤੇ ਕਾਫੀ ਵਿਰੋਧ ਕੀਤਾ ਗਿਆ। ਕਹਿੰਦੇ ਕਿ ਜਿਹੜਾ 35 ਸਾਲ ਤੋਂ 1984 ਦੇ ਵਿੱਚ 35-40 ਸਾਲ ਹੋ ਚੁੱਕੇ, ਉਹ ਜਿਹੜਾ ਉੱਥੇ ਸਾਰਾ ਕੁਝ ਵਾਪਰਿਆ, ਉਹਦੇ ਕੇਸ ਲੜ ਰਿਹਾ ਸੀਗਾ, ਦੋਸ਼ੀਆਂ ਨੂੰ ਸਜ਼ਾ ਸੁਣਾਉਣ ਦੀ ਗੱਲ ਕਰਦਾ ਸੀ। ਇਹਦਾ ਮਤਲਬ ਉਹ ਸਿਆਸਤ ਕਰ ਰਿਹਾ ਸੀ। ਲੋਕੀ ਇੱਥੋਂ ਤੱਕ ਵੀ ਬੋਲੇ ਉਹਦੇ ਖਿਲਾਫ। ਬਹੁਤ ਮਾੜੀ ਗੱਲ ਆ ਫੂਲਕਾ ਸਾਹਿਬ ਵਾਸਤੇ, ਜੋ ਲੰਮਾ ਸਮਾਂ ਆਪ 35 ਸਾਲਾਂ ਤੋਂ ਸਿੱਖ ਕੌਮ ਦੇ ਜੋ ਦਿੱਲੀ ਦੇ ਵਿੱਚ ਦੰਗੇ ਹੋਏ ਸੀਗੇ, ਨਸਲਕੁਸ਼ੀ ਹੋਈ ਸੀ ਸਿੱਖ ਕੌਮ ਦੀ, ਉਹਦੇ ਕੇਸ ਲੜ ਰਿਹਾ ਸੀ। ਤੇ ਉਹੋ ਜਿਹੇ ਬੰਦੇ ਨੂੰ ਸੋਚ ਸਮਝ ਕੇ ਬਿਆਨ ਦੇਣਾ ਚਾਹੀਦਾ। ਜਾਂਚ ਕਰਨੀ ਚਾਹੀਦੀ ਸੀ ਪਹਿਲੀ ਗੱਲ ਤਾਂ, ਜਦੋਂ ਸਾਨੂੰ ਪਤਾ ਹੀ ਨਹੀਂ ਗਾ ਕੀ ਕਾਰਨ ਬਣਿਆ। ਉਹਦੇ ਵਿੱਚੋਂ ਦੇਖੋ 11 ਬੰਦਿਆਂ ਦੇ ਪਰਚਾ ਹੋਇਆ ਸੀਗਾ, ਆਖਰ ਪੁਲਿਸ ਨੂੰ 4 ਬੰਦੇ ਛੱਡਣੇ ਪਏ ਆ, 5।
ਕਿਉਂ ਉਹਨਾਂ ਦੇ ਵਿੱਚ ਇਹ ਫੂਲਕਾ ਸਾਹਿਬ ਦੀ ਇਹ ਜਿਹੜੀ ਇਹ ਵਰਲਡਿੰਗ ਬਹੁਤ ਮਾੜੀ ਆ, ਕਿਉਂਕਿ 35 ਸਾਲਾਂ ਤੋਂ ਫਿਰ ਇਹ ਸਿਆਸਤ ਕਰ ਰਹੇ ਸੀ, ਜਿਹੜੇ ਸਿੱਖਾਂ ਦੇ ਕੇਸ ਲੜ ਰਿਹਾ ਸੀਗਾ। ਤੇ ਅੱਜ ਉਹ ਸਿੱਖ ਕੌਮ ਦੇ ਖਿਲਾਫ ਦੇਖੋ, ਇਹ ਫੂਲਕਾ ਸਾਹਿਬ ਨੂੰ ਇਹ ਨਹੀਂ ਪਤਾ ਕਿ ਪੰਜਾਬ ਦੇ ਵਿੱਚ ਕੀ ਹੋਇਆ। 1978 ਤੋਂ ਲੈ ਕੇ 1995 ਤੱਕ ਧੀਆਂ ਭੈਣਾਂ ਨੂੰ ਚੱਕ ਕੇ ਬੇਪਤ ਕੀਤਾ ਗਿਆ। ਉਹਨਾਂ ਭੈਣ ਭਰਾਵਾਂ ਦੇ ਜਿਹੜੇ ਉਹ ਸਾਡੇ ਸੰਘਰਸ਼ੀ ਨੌਜਵਾਨ ਸੀ, ਉਹਨਾਂ ਦੇ ਸਾਹਮਣੇ ਉਹਨਾਂ ਦੀਆਂ ਭੈਣਾਂ ਨੂੰ ਨਗਨ ਕੀਤਾ ਗਿਆ, ਮਾਤਾਵਾਂ ਨੂੰ ਨਗਨ ਕੀ ਕੁਛ ਨਹੀਂ ਹੋਇਆਗਾ ਪੰਜਾਬ ਦੀ ਧਰਤੀ ਤੇ। ਫੂਲਕਾ ਸਾਹਿਬ ਨੂੰ ਪਤਾ ਸੀ, ਉਸ ਗੱਲ ਤੇ ਕਿਉਂ ਨਹੀਂ ਬੋਲਦੇ? ਦੇਖੋ ਹੁਣ ਖੰਨੇ ਦੇ ਹੁਣ ਤੁਸੀਂ ਦੇਖਿਆ ਹੀ ਆ, ਖੰਨੇ ਦੇ SHO ਨੇ ਚੱਕ ਕੇ ਉਹਨਾਂ ਪਿਓ ਪੁੱਤਾਂ ਨੂੰ ਨਗਨ ਕੀਤਾ, ਤੇ ਉਹ ਕਿਉਂ ਨਹੀਂ ਫੂਲਕਾ ਸਾਹਿਬ ਨੂੰ ਦਿਸਦਾ? ਭਗਵੰਤ ਮਾਨ ਨੂੰ ਇਹ ਗੱਲਾਂ ਕਿਉਂ ਨਹੀਂ ਦਿਸਦੀਆਂ? ਇਹਨਾਂ ਗੱਲਾਂ ਤੇ ਕਿਉਂ ਨਹੀਂ ਬੋਲਦੇਗੇ? ਇਹਨਾਂ ਗੱਲਾਂ ਤੇ ਨਹੀਂ ਬੋਲਦੇ ਤੇ ਇਹਦਾ ਮਤਲਬ ਕੀ ਹੈ? ਫਿਰ ਤਾਂ ਇਹ ਤਾਂ ਇੱਕ ਸੋਚੀ ਸਮਝੀ, ਮੈਂ ਤਾਂ ਇਹ ਸਮਝਦਾ ਵੀ ਇਹ ਵੀ ਸਰਕਾਰ ਦੇ ਨਾਲ ਉਹਨਾਂ ਨਾਲ ਰਲੇ ਹੋਏ ਆ ਲੋਕ। ਉਹਨਾਂ ਦੇ ਜਦੋਂ ਬਾਹਰ ਗੱਲ ਹੁੰਦੀ ਹੈ ਉਹ ਕਹਿੰਦੇ ਨੇ ਕਿ ਜਦੋਂ 1984 ਦੇ ਵਿੱਚ ਭਾਈ ਅਮਰੀਕ ਸਿੰਘ ਜਿੰਨਾ ਚਿਰ ਸੀਗੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਆਗੂ ਰਹੇ ਨੇ, ਉਹਨਾਂ ਚਿਰ ਇਹ ਆਜ਼ਾਦ ਰਹੀ, ਉਸ ਤੋਂ ਬਾਅਦ ਇਹ ਵੀ ਬਾਦਲਾਂ ਦੀ ਬੀ ਟੀਮ ਬਣ ਗਈ। ਉਹ ਇੱਥੋਂ ਤੱਕ ਇਲਜ਼ਾਮ ਲਾ ਦਿੰਦੇ, ਤੁਸੀਂ ਕਹਿੰਦੇ ਇਹ ਵੀ ਰਲੇ ਹੋਏ ਨੇ, ਪਰ ਗੱਲ ਵਿੱਚੋਂ ਸਿੱਟਾ ਕੱਢੀਏ ਕੀ? ਇਹਦਾ ਮਤਲਬ ਕੀ ਆ ਵੀ ਉਹ ਰਲੇ ਹੋਏ ਨੇ? ਕੌਣ ਰਲਿਆ ਹੋਇਆ? ਜਾਂ ਤੁਸੀਂ ਇਹ ਤਾਂ ਨਹੀਂ ਵੀ ਬਾਦਲਾਂ ਦੇ ਜਿਹੜੇ ਹੱਕ 'ਚ ਜਾਂਦੀ ਉਹ ਸਟੇਟਮੈਂਟ ਦੇ ਰਹੇ ਹੋ? ਬਿਲਕੁਲ, ਮੈਂ ਤੁਹਾਡੀ ਗੱਲ ਦੀ ਜਾਣਕਾਰੀ ਤੁਹਾਨੂੰ ਦੇਣੀ ਚਾਹੁੰਦਾ, ਤੁਹਾਡੀ ਜੋ ਤੁਸੀਂ ਮੈਨੂੰ ਸਵਾਲ ਕੀਤਾ ਕਿ ਵਾਕਈ ਕੋਈ ਸਮਾਂ ਇਹੋ ਜਿਹਾ ਆਇਆ, ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ 1943-44 'ਚ ਹੋਂਦ 'ਚ ਆਈ ਜੀ ਲਾਹੌਰ ਕਾਲਜ ਦੇ ਵਿੱਚ। ਉਸ ਸਮੇਂ ਸਿੱਖਾਂ ਨੌਜਵਾਨਾਂ ਦੀ ਕੋਈ ਵਿਦਿਆਰਥੀ ਜਥੇਬੰਦੀ ਹੈ ਨਹੀਂ ਸੀਗੀ, ਤਾਂ ਕਿਉਂਕਿ ਮੁਸਲਮਾਨਾਂ ਦੀ ਮੁਸਲਿਮ ਲੀਗ, ਕਾਂਗਰਸ ਜਿਹੜੀ ਹਿੰਦੂ ਵੀਰਾਂ ਦੀ ਜਥੇਬੰਦੀ ਸੀਗੀ, ਅਤੇ ਸਟੂਡੈਂਟ ਯੂਨੀਅਨ ਕਾਮਰੇਡਾਂ ਦੀ ਸੀਗੀ। ਉਸ ਸਮੇਂ 1943-44 'ਚ ਹੋਂਦ 'ਚ ਆਈ ਜਥੇਬੰਦੀ। ਇਹਨਾਂ ਨੇ ਗੁਰਮਤਿ ਦੇ ਕੈਂਪ ਲਾਏ, ਨੌਜਵਾਨਾਂ ਨੂੰ ਸਿੱਖੀ ਦੇ ਨਾਲ ਜੋੜਿਆ ਵੱਖ-ਵੱਖ ਕਾਲਜਾਂ ਦੇ ਵਿੱਚ। ਉਸ ਤੋਂ ਬਾਅਦ 68 ਤੋਂ ਲੈ ਕੇ 78 ਤੱਕ ਇਹ ਫੈਡਰੇਸ਼ਨ ਪਾਟ ਗਈ। ਜਿਵੇਂ ਅੱਜ 3-4 ਧਿਰਾਂ ਬਣ ਗਈਆਂ, ਹਰੇਕ ਪ੍ਰਧਾਨਗੀ ਦੇ ਲਾਲਚਾ ਦੇ ਵਿੱਚ ਆ ਕੇ ਅੱਡੋ ਅੱਡੀ ਧੜੇ ਬਣਾ ਲਈ। 1978 ਦੇ ਵਿੱਚ ਭਾਈ ਅਮਰੀਕ ਸਿੰਘ ਨੇ ਵਾਂਗਡੋਰ ਸੰਭਾਲੀ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਉਹਨਾਂ ਦੇ ਸਪੁੱਤਰ ਸੀ, ਉਹ 13ਵੇਂ ਮੁਖੀ ਸੀ ਨਵ ਟਕਸਾਲ ਦੇ। ਉਹਨਾਂ ਦੇ ਸਪੁੱਤਰ ਜਦੋਂ ਫੈਡਰੇਸ਼ਨ ਦੇ ਪ੍ਰਧਾਨ ਬਣੇ, ਉਹਨਾਂ ਨੇ ਇਹੋ ਜਿਹੀ ਲਹਿਰ ਪੈਦਾ ਕੀਤੀ, ਗੁਰਮਤਿ ਨਾਲ ਨੌਜਵਾਨਾਂ ਨੂੰ ਜੋੜਿਆ। ਸਿੱਖ ਕੌਮ ਦੇ ਜੋ ਮਸਲੇ ਸੀ, ਧਰਮ ਯੁੱਧ ਮੋਰਚਾ ਲੱਗਾ, ਉਹਦੇ ਵਿੱਚ ਵੱਡੀ ਪੱਧਰ ਤੇ ਆਲ ਇੰਡੀਆ ਸਿੱਖ ਫੈਡਰੇਸ਼ਨ ਨੇ ਸੰਘਰਸ਼ ਲੜਿਆ, ਸ਼ਹੀਦੀਆਂ ਦਿੱਤੀਆਂ, ਜੇਲ੍ਹਾਂ ਕੱਟੀਆਂ। ਭਾਈ ਅਮਰੀਕ ਸਿੰਘ ਆਪ ਵੀ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਨਾਲ ਸੰਘਰਸ਼ ਲੜਦੇ ਸ੍ਰੀ ਅਕਾਲ ਤਖ਼ਤ ਦੀ ਰਾਖੀ ਖਾਤਰ ਸ਼ਹੀਦ ਹੋ ਗਏ। ਤੇ ਅਨੇਕਾਂ ਹੀ ਨੌਜਵਾਨ ਹੋਰ ਵੀ ਫੈਡਰੇਸ਼ਨ ਦੇ ਜਿਹੜੇ ਸ਼ਹੀਦ ਹੋਏ। ਇਹ ਕੌਮ ਦੀ ਸਿਰ ਕੱਢ ਜਥੇਬੰਦੀ ਸੀ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ, ਜਿਹੜੀ ਵੱਖ-ਵੱਖ ਕੌਮੀ ਮੁੱਦਿਆਂ ਤੇ ਗੱਲ ਕਰਦੀ ਸੀਗੀ। ਪਰ ਸਾਡੇ ਆਪਣਿਆਂ ਨੇ ਜੋ ਅਕਾਲੀ ਦਲ ਸੀ, ਸਾਡੇ ਅਕਾਲੀ ਦਲ ਨੂੰ ਇਹ ਹੋਇਆ ਕਿ ਇਹ ਜਥੇਬੰਦੀ ਇੱਕ ਸਟਰੋਂਗ ਹੋ ਗਈ ਆ, ਇਹ ਬਰਾਬਰ ਦਾ ਹੱਕ ਮੰਗਦੀ ਆ, ਇਹ ਸਾਨੂੰ ਗਲਮੇ ਤੋਂ ਫੜ ਕੇ ਜੋ ਕੌਮੀ ਮਸਲੇ ਉਹਨਾਂ 'ਤੇ ਗੱਲ ਕਰਦੀ ਆ ਅਤੇ ਮਨਵਾਉਂਦੀ ਹੈ ਸਾਡੇ ਤੋਂ। ਉਹਨਾਂ ਨੇ ਜਾਣ-ਬੁੱਝ ਕੇ ਯੂਥ ਅਕਾਲੀ ਦਲ ਬਣਾਇਆ। ਉਸ ਤੋਂ ਬਾਅਦ ਪਿੱਛੇ ਜੀ SOI ਬਣਾਈ, ਤੁਹਾਨੂੰ ਪਤਾ ਹੀ ਆ। ਫੈਡਰੇਸ਼ਨ ਨੂੰ ਫੇਲ ਕਰਨ ਵਾਸਤੇ ਕੁਝ ਸਾਡੇ ਜਿਹੜੇ ਉਸ ਸਮੇਂ ਦੇ ਲੀਡਰ ਸੀ, ਉਹਨਾਂ ਨੂੰ ਖਰੀਦ ਲਿਆ, ਕਿਸੇ ਨੂੰ SGPC ਦੀ ਟਿਕਟ ਦੇਤੀ, ਸ਼੍ਰੋਮਣੀ ਕਮੇਟੀ ਮੈਂਬਰ ਬਣਾ ਲਿਆ, ਕਿਸੇ ਨੂੰ ਚੇਅਰਮੈਨੀ ਦੇਤੀ। ਮੈਂ ਸਮਝਦਾ ਕਿ ਇਹਦਾ ਉਹਨਾਂ ਨੇ ਇਸਤੇਮਾਲ ਕੀਤਾ ਗਿਆ, ਜਥੇਬੰਦੀ ਨੂੰ ਪਾੜਿਆ ਗਿਆ। ਜਿਹੜੇ ਲੋਕ ਹੈਗੇ ਆ, ਪਰ ਅਸੀਂ ਅੱਜ ਤੱਕ ਤਾਂ ਸਤਿਗੁਰੂ ਦੀ ਕਿਰਪਾ ਨਾਲ ਅਸੀਂ ਕਿਸੇ ਦੇ ਕਹਿਣ 'ਤੇ ਨਹੀਂ ਬਿਆਨ ਦਿੰਦੇ। ਕਿ ਪਿੱਛੇ ਜੇ ਹਰਸਿਮਰਤ ਕੌਰ ਬਾਦਲ ਨੇ, ਜਦੋਂ ਮੋਦੀ ਨੇ ਐਲਾਨ ਕੀਤਾ ਸੀ ਕਿ ਮੋਮਬੱਤੀਆਂ ਜਗਾਓ ਦੀਵੇ ਵਾਲੇ, ਅਸੀਂ ਉਹਦੇ ਖਿਲਾਫ ਵੀ ਬੋਲੇ ਹਾਂ। ਜੇ ਸ਼੍ਰੋਮਣੀ ਅਕਾਲੀ ਦਲ ਜੇ ਕੰਮ ਕਰੂਗਾ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਖਿਲਾਫ ਵੀ ਬੋਲਦੇ ਹਾਂ। ਅਸੀਂ ਤਾਂ ਜਿਹੜਾ ਵੀ ਗਲਤ ਕੰਮ ਕਰੂ, ਕੌਮ ਦੇ ਖਿਲਾਫ ਚੱਲੂਗਾ, ਉਹਦੇ ਖਿਲਾਫ ਬੋਲਾਂਗੇ। ਜਿਵੇਂ ਸਭ ਕੁਝ ਹੋ ਰਿਹਾ, ਜਿਵੇਂ ਭਗਵੰਤ ਮਾਨ ਆਰਾਂ ਨੇ ਇੱਕ ਬਿਆਨ ਦਿੱਤਾ ਸੀ, ਜਿਵੇਂ ਆਪਾਂ ਗੱਲ ਉਸੇ 'ਤੇ ਕਰ ਰਹੇ ਸੀਗੇ, ਉਸ ਤੋਂ ਬਾਅਦ ਕੀ ਹੁੰਦਾ, ਕੁਝ ਸ਼੍ਰੋਮਣੀ ਕਮੇਟੀ ਫੈਸਲੇ ਅਜਿਹੇ ਕਰ ਦਿੰਦੀ ਆ ਕਿ ਜਿਹਦੇ ਕਰਕੇ ਲੋਕਾਂ ਦੇ ਵਿੱਚ ਜਿਹੜਾ ਉਹਨਾਂ ਦਾ ਵਿਸ਼ਵਾਸ ਬਣਿਆ ਸੀਗਾ ਉਹ ਉੱਡ ਜਾਂਦਾ। ਜਿਵੇਂ ਉਮਰਾ ਨੰਗਲ ਨੂੰ ਹੁਣ ਪਿਛਲੇ ਦਿਨੀ ਉਹਨਾਂ ਸਰੋਪੋ ਦੇ ਕੇ ਸਨਮਾਨਿਤ ਕਰ ਦਿੱਤਾ। ਪਹਿਲਾਂ ਉਹਨਾਂ ਦੇ ਦੋਸ਼ ਲੱਗਦਾ ਜਿਹੜੇ ਬਾਈਬਲ ਸਿੰਘ ਸ਼ਹੀਦ ਹੋਏ ਸੀ, ਜਿਵੇਂ ਤੁਸੀਂ ਗੱਲ ਕੀਤੀ ਕਿ ਭਗਵੰਤ ਮਾਨ ਉੱਥੇ ਸ਼ਰਾਬ ਪੀ ਕੇ ਆ ਗਿਆ। ਉੱਥੇ ਜਿਹੜੇ ਸ਼ਹੀਦ ਹੋਏ ਸੀਗੇ ਉਹ ਤੋਂ ਇਹ IG ਸੀਗੇ ਅਤੇ ਇਹਨਾਂ ਵੱਲੋਂ ਹੁਕਮ ਕੀਤੇ ਹੋਣਗੇ ਗੋਲੀ ਚਲਾਉਣ ਦੇ, ਤਾਂ ਚੱਲੀ ਸੀਗੀ। ਇੱਕ ਪਾਸੇ ਉਹਨਾਂ ਨੂੰ ਸਿੰਘ ਸ਼ਹੀਦ ਕਰਨ ਦਾ ਦੋਸ਼, ਦੂਜੇ ਪਾਸੇ ਸ਼੍ਰੋਮਣੀ ਕਮੇਟੀ ਵੱਲੋਂ ਉਸੇ ਬੰਦੇ ਨੂੰ ਸਨਮਾਨਿਤ ਕਰ ਦੇਣਾ। ਤੁਹਾਨੂੰ ਇਹ ਲੱਗਦਾ ਸ਼੍ਰੋਮਣੀ ਕਮੇਟੀ ਵੀ ਬਸ ਜੋ ਫੈਸਲਾ ਪਿੱਛੋਂ ਆਉਂਦਾ ਲਿਫਾਫਿਆਂ ਵਾਲੀ ਗੱਲ ਹੀ ਹੋਈ ਪਈ ਹੈ? ਉਹ ਤਾਂ ਪਤਾ ਹੀ ਆਪ ਸਭ ਦੁਨੀਆ ਨੂੰ ਹੀ ਪਤਾ, ਪੰਜਾਬ ਦੇ ਲੋਕਾਂ ਨੂੰ ਕਿਉਂ, ਦੇਸ਼ ਵਿਦੇਸ਼ ਦੇ ਲੋਕਾਂ ਨੂੰ ਹੀ ਪਤਾ ਕਿ ਉਹ ਬਾਦਲ ਦੇ ਲਿਫਾਫੇ 'ਚੋਂ ਨਿਕਲਦਾ। SGPC ਦਾ ਪ੍ਰਧਾਨ ਕੋਈ ਵੀ ਲੱਗਦਾ। ਅਤੇ ਜੋ ਉਹਨਾਂ ਨੇ ਸਨਮਾਨਿਤ ਕੀਤਾ ਬਹੁਤ ਗਲਤ ਕੀਤਾ, ਕਿਉਂਕਿ 2015 ਦੇ ਵਿੱਚ ਜਦੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਕੋਟਕਪੂਰਾ ਦੇ ਵਿੱਚ ਸ਼ਾਂਤਮਈ ਧਰਨੇ 'ਤੇ ਬੈਠੀਆਂ ਗਈਆਂ ਗੁਰਸਿੱਖ ਸੰਗਤਾਂ, ਗੁਰਬਾਣੀ ਦਾ ਜਾਪ ਕਰਦੀਆਂ ਸੰਗਤਾਂ 'ਤੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਗਈਆਂ। ਉਸ ਸਮੇਂ IG ਉਮਰਾ ਨੰਗਲ ਜੀ ਉੱਥੇ ਮੌਜੂਦ ਸੀਗੇ ਅਤੇ ਜੋ ਉਹਨਾਂ ਨੂੰ ਸਨਮਾਨਿਤ ਕੀਤਾ, ਉਦੋਂ ਪਹਿਲਾਂ ਵੀ ਵਿਵਾਦ ਦੇ ਵਿੱਚ ਰਹੇ ਆ। ਜਿਵੇਂ ਵੱਖ-ਵੱਖ ਤਰ੍ਹਾਂ ਦੇ ਉਸ ਸਮੇਂ ਜੋ ਨੌਜਵਾਨ ਸ਼ਹੀਦ ਕੀਤੇ ਗਏ, ਅਤੇ ਇਸ ਕਰਕੇ ਜੋ ਸ਼੍ਰੋਮਣੀ ਕਮੇਟੀ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ।
ਕਿ ਵਿਵਾਦਕ ਜਿਹੜੇ ਬੰਦੇ ਆ, ਜਿਹੜੇ ਸਿੱਖ ਕੌਮ ਦੇ ਵਿਰੋਧੀ ਰਹੇ ਆ, ਉਹਨਾਂ ਨੂੰ ਸਨਮਾਨਿਤ ਕਰਨਾ ਬਹੁਤ ਮਾੜੀ ਗੱਲ ਆ। ਇੱਥੇ ਇੱਕ ਇਹ ਵੀ ਗੱਲ ਹੋਈ ਹੈ, ਸਨਮਾਨਿਤ ਜਿਨ੍ਹਾਂ ਵੱਲੋਂ ਕੀਤਾ ਗਿਆ ਉਹ ਐਸਜੀਪੀਸੀ ਮੈਂਬਰ ਸੀਗਾ, ਉਸ ਤੋਂ ਬਾਅਦ ਜਿਹੜਾ ਉਹਨਾਂ ਦਾ ਨਤੀਜਾ ਭੁਗਤਣਾ ਪਿਆ ਉਹ ਉੱਥੋਂ ਦੇ ਛੋਟੇ ਜਿਹੜੇ ਮੁਲਾਜ਼ਮ ਕਹਿ ਲਾ, ਮੈਨੇਜਰ ਤੱਕ ਦੇ ਮੁਲਾਜ਼ਮ ਕਹਿ ਲਾ, ਐਸਜੀਪੀਸੀ ਦੇ ਮੈਂਬਰਾਂ ਨੂੰ ਉਹਨਾਂ ਤੱਕ ਆਜ ਤੱਕ ਨੇ ਜੋ ਮਾਫੀ ਮੰਗ ਕੇ ਇੱਕ ਪਾਸੇ ਹੋ ਗਏ, ਉਹਨਾਂ ਦਾ ਤਬਾਦਲਾ ਚੱਕ ਕੇ ਹੋਰਨਾਂ ਸੂਬਿਆਂ 'ਚ ਕਰਤਾ। ਬਿਲਕੁਲ ਬਹੁਤ ਮਾੜੀ ਗੱਲ ਆ ਜੀ। ਜਿਹੜੇ ਆਮ ਮੁਲਾਜ਼ਮ ਵਿਚਾਰੇ, ਜੇ ਉਹ ਤਾਂ ਉਹਨਾਂ ਦੇ ਕਹਿਣ ਤੇ ਸਰੂਪਾ ਲੈ ਕੇ ਆਏ ਹੋਣੇ ਜਾਂ ਸਨਮਾਨ ਚਿੰਨ੍ਹ ਲੈ ਕੇ ਆਏ ਹੋਣੇ, ਉਹ ਤਾਂ ਐਸਜੀਪੀਸੀ ਦੇ ਮੈਂਬਰ ਨੇ ਕਿਹਾ ਹੀ ਹੋਣਾ, ਉਹ ਐਗਜ਼ੈਕਟਿਵ ਕਮੇਟੀ ਮੈਂਬਰ ਆ ਭਗਵੰਤ ਸਿੰਘ ਸਿਆਲ ਕੇ। ਉਹ ਜਿਹੜੇ ਵਿਚਾਰੇ ਆਮ ਡਿਊਟੀ ਕਰਦੇ, ਉਹ ਨਾ ਆਖੇ ਲੱਗਦੇ ਫਿਰ ਵੀ ਉਹਨਾਂ ਦੀ ਬਦਲੀ ਹੋਣੀ ਸੀ ਵਿਚਾਰੇ। ਇਹ ਤਾਂ ਮਾੜੇ ਬੰਦੇ ਤੇ ਤਲਵਾਰ ਚੱਲਦੀ ਹਮੇਸ਼ਾ ਹੀ, ਹਰੇਕ ਮਹਿਕਮੇ 'ਚ ਦੇਖ ਲਓ, ਜਿਹੜਾ ਵੀ ਮਹਿਕਮਾ। ਇਹ ਹੋ ਸਕਦਾ ਵੀ ਉਹਨੂੰ ਨਾ ਪਤਾ ਹੋਵੇ ਵੀ ਉਮਰਾਂ ਨੰਗਲ ਆ, ਉਹ ਕਹਿੰਦਾ ਮੈਨੂੰ ਪਤਾ ਹੀ ਨਹੀਂ ਸੀ। ਅਕਸਰ ਜੀ ਰਾਜਨੀਤਿਕ ਬੰਦਾ ਲੰਮੇ ਸਮੇਂ ਤੋਂ ਐਸਜੀਪੀਸੀ ਮੈਂਬਰ ਆ, ਉਹਨੂੰ ਕਿਉਂ ਨਾ ਪਤਾ, ਉਹ ਜਾਣਬੁੱਝ ਕੇ ਹੁਣ ਤਾਂ ਮੁੱਕਰ ਰਿਹਾ ਸ਼ਰੇਆਮ। ਫਿਰ ਜਿਹੜਾ ਉਹਨਾਂ ਮਾਫੀ ਮੰਗੀ ਹੈ, ਕੱਲ੍ਹ ਤੱਕ ਤੇ ਪੇਸ਼ ਹੋਣ ਦੀ ਗੱਲ ਕੀਤੀ ਆ, ਤੇ ਉਹ ਫਿਰ ਸਭ ਕੁਝ ਜਾਇਜ਼ ਆ ਜਾਂਦਾ, ਮਤਲਬ ਕੋਈ ਵੀ ਗਲਤੀ ਕਰੇ ਤੇ ਮਾਫੀ। ਇਹ ਤਾਂ ਕੱਲ੍ਹ ਤੱਕ ਸਦ ਜਥੇਦਾਰ ਨੂੰ ਸੋਚਣਾ ਚਾਹੀਦਾ ਵੀ ਕੀ ਕਰਦੇ ਹੁਣ, ਕਿਉਂਕਿ ਉਹਦੀ ਗਲਤੀ ਤਾਂ ਹੈ। ਜੇਕਰ ਉਹਨੂੰ ਮਾਫੀ ਮਿਲਦੀ ਤੇ ਭਗਵੰਤ ਮਾਨ ਵੀ ਕੱਲ੍ਹ ਨੂੰ ਆਖੂਗਾ ਵੀ ਠੀਕ ਹੈ ਮੈਂ ਵੀ ਮਾਫੀ ਮੰਗ ਲੈਣਾ, ਜੇ ਮੇਰੇ ਤੋਂ ਵੱਧ ਘੱਟ ਬੋਲਾਂਗਾ ਮਾਫੀ ਤੇ ਫਿਰ ਦੇਣੀ ਪਊਗੀ। ਅਕਾਲ ਤਖ਼ਤ ਸਾਹਿਬ ਦੇ ਕੋਈ ਵੀ ਆ ਜੇ ਚੱਲ ਕੇ, ਉਹਦੇ ਬਾਰੇ ਫੈਸਲਾ ਤਾਂ ਸਿੰਘ ਸਾਹਿਬਾਨ ਨੇ ਕਰਨਾ, ਆਪਾਂ ਇਸ ਬਾਰੇ ਕੁਝ ਨਹੀਂ ਅਸੀਂ ਕਹਿ ਸਕਦੇ ਗੇ। ਤੁਸੀਂ ਚਲੋ ਠੀਕ ਹੈ, ਮੰਨ ਲੈਂਦੇ ਗੱਲ ਵੀ ਇਸ ਬਾਰੇ ਨਹੀਂ ਕਹਿ ਸਕਦੇ, ਪਰ ਕੀ ਹੁੰਦਾ ਹੈ ਵੀ ਕੁਝ ਗੱਲਾਂ ਜਾਣਬੁੱਝ ਕੇ ਕੀਤੀਆਂ ਜਾਂਦੀਆਂ, ਉਸ ਤੋਂ ਬਾਅਦ ਉਸ ਚੀਜ਼ ਦੀ ਮਾਫੀ ਜਿਹੜੀ ਮੰਗੀ ਜਾਂਦੀ ਆ। ਇਹ ਲੱਗਦਾ ਨਹੀਂਗਾ ਵੀ ਇਹ ਸਭ ਕੁਝ ਖੇਡ ਆ, ਇਹ ਮਜ਼ਾਕ ਬਣਾਇਆ ਹੋਇਆ, ਮਾਫੀਨਾਮਾ ਵੀ ਮਜ਼ਾਕ ਬਣਾ ਲਿਆ, ਤੇ ਜੋ ਗਲਤੀ ਕੀਤੀ ਉਹ ਵੀ ਮਜ਼ਾਕ ਬਣਾ ਲਿਆ, ਵੀ ਪਤਾ ਮਾਫੀ ਤਾਂ ਮਿਲ ਹੀ ਜਾਣੀ ਹੈ। ਵੀ ਕੱਲ੍ਹ ਤੱਕ ਤੇ ਜੋ ਪੇਸ਼ ਹੋ ਗਿਆ, ਪੰਜਾਂ ਪਿਆਰਿਆਂ ਦੀ ਹਾਜ਼ਰੀ 'ਚ ਜਾ ਕੇ ਬੈਠ ਗਿਆ, ਸੁਪਰੀਮ ਕੋਰਟ ਆ ਸਿੱਖਾਂ ਦੀ, ਉੱਥੋਂ ਮਾਫੀ ਤਾਂ ਕਲੀਅਰ ਹੀ ਆ ਵੀ ਵੱਧ ਤੋਂ ਵੱਧ ਕੀ ਸਜ਼ਾ ਲਾ ਦੇਣਗੇ। ਭਾਂਡੇ ਮਾਂਜਣ ਦੀ ਸਜ਼ਾ ਲੱਗ ਸਕਦੀ ਆ, 4 ਦਿਨ ਲੰਗਰ ਵਰਤਾਉਣ ਦੀ ਸਜ਼ਾ ਲੱਗ ਸਕਦੀ ਆ, ਜੋੜੇ ਸਾਫ਼ ਕਰਨ ਦੀ ਸਜ਼ਾ ਲੱਗ ਸਕਦੀ ਹੈ। ਇਸ ਤੋਂ ਵੱਧ ਤਾਂ ਕੋਈ ਸਜ਼ਾ ਲਾਉਂਦੇ ਵੀ ਨਹੀਂ ਗੇ ਮੇਰੇ ਹਿਸਾਬ 'ਚ, ਜਿਹੜੀ ਲੱਗਦੀ ਹੈ, ਜਾਂ ਪਾਠ ਦੀ ਸਜ਼ਾ ਲੱਗ ਜੂਗੀ, ਕਿੰਨੀ ਕੁ ਸਜ਼ਾ ਲਾ ਦੇਣਗੇ। ਨਹੀਂ ਜੀ, ਇਹਦੇ ਤਾਂ ਹੁਣ ਪਿਛਲੇ ਲੰਮੇ ਸਮੇਂ ਤੋਂ ਜੋ ਗੁਰੂ ਸਾਹਿਬਾਨਾਂ ਮੌਕੇ ਤੋਂ ਚੱਲਦਾ ਆ ਰਿਹਾ, ਉਹਦੇ ਮੁਤਾਬਕ ਹੀ ਜਥੇਦਾਰ ਸ੍ਰੀ ਅਕਾਲ ਤਖ਼ਤ ਫੈਸਲੇ ਕਰ ਰਹੇ ਆ, ਉਹ ਉਹਦੇ ਮੁਤਾਬਕ ਹੀ ਚੱਲ ਰਹੇ ਆ। ਉਹਦੇ 'ਤੇ ਆਪਾਂ ਕੁਝ ਕਹਿ ਨਹੀਂ ਸਕਦੇ ਗੇ, ਇਹਦੇ ਬਾਰੇ ਤਾਂ ਸ੍ਰੀ ਅਕਾਲ ਤਖ਼ਤ ਜਥੇਦਾਰ ਸਾਹਿਬ ਹੀ ਦੱਸ ਸਕਦੇ ਆ। ਭਗਵੰਤ ਮਾਨ ਨੂੰ ਜਿਵੇਂ ਉਹਨਾਂ ਦੇ ਵਰਕਰ ਕਹਿੰਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੁੱਖ ਮੰਤਰੀ ਲੱਗੂਗਾ, ਤੁਹਾਨੂੰ ਨਹੀਂ ਲੱਗਦਾ ਕਿ ਜਿਵੇਂ ਇੱਦਾਂ ਦੀਆਂ ਗਲਤੀਆਂ ਉਹਨੇ ਪਹਿਲਾਂ ਵੀ 1-2 ਕੀਤੀਆਂ, ਸਿੱਖਾਂ ਦੇ ਖਿਲਾਫ ਬਿਆਨ ਆਉਣੇ, ਸਿੱਖੀ ਦੀ ਜੇਕਰ ਗੱਲ ਕਰਕੇ ਜਿੱਥੇ ਸਿੱਖੀ ਦੀ ਗੱਲ ਹੁੰਦੀ ਆ, ਉਹਨਾਂ ਦਾ ਹਾਸੋ ਇਹਨਾਂ ਮਜ਼ਾਕ ਉੱਥੇ ਖਿਲਾਫ ਹੀ ਹੁੰਦਾ, ਚਾਹੇ ਮਜ਼ਾਕ ਦਾ ਪਾਤਰ ਸ਼੍ਰੋਮਣੀ ਕਮੇਟੀ ਵਾਲਿਆਂ ਨੇ ਹੀ ਬਣਾ ਛੱਡੀ ਆ ਵੀ ਸਿੱਖੀ ਦਾ ਪ੍ਰਚਾਰ ਨਹੀਂ ਕੀਤਾ, ਪਰ ਉਹਨਾਂ ਨੂੰ ਮੌਕਾ ਮਿਲ ਜਾਂਦਾ। ਕਈ ਇੱਥੋਂ ਤੱਕ ਵੀ ਕਹਿ ਦਿੰਦੇ ਨੇ ਕਿ ਬੀਜੇਪੀ ਜਿਹੜੀ ਸੀਗੀ ਉਹ ਏ ਟੀਮ ਆ, ਇਹ ਬੀ ਟੀਮ ਖੜੀ ਕਰਕੇ ਜਿਹੜਾ ਉਹ ਸਿੱਖੀ ਦੀਆਂ ਜੜ੍ਹਾਂ 'ਚ ਤੇਲ ਪਾਉਣਾ, ਇਹਨਾਂ ਨੇ ਹੋਰ ਕੁਝ ਨਹੀਂ ਕਰਨਾਗਾ, ਸਿੱਖੀ ਦੇ ਖਿਲਾਫ ਹੀ ਚੱਲਦੇ ਰਹਿਣਾ। ਲੱਗਦਾ ਇੱਥੋਂ ਹੁਣ ਤਾਂ ਪਤਾ ਸਪਸ਼ਟ ਹੋ ਰਿਹਾ ਜੀ। ਹੁਣ ਦੇਖ ਲਓ ਤੁਹਾਡੇ ਸਾਹਮਣੇ ਹੀ ਆ, ਜੋ ਸਿੱਖ ਕੌਮ ਨੂੰ ਜਾਣਬੁੱਝ ਕੇ ਚੈਲੰਜ ਕੀਤਾ ਜਾ ਰਿਹਾ, ਕਦੇ ਮੁਸਲਮਾਨਾਂ ਨੂੰ ਜਾਣਬੁੱਝ ਕੇ ਵੀ ਇਹਨਾਂ ਨੇ ਕਰੋਨਾ ਫੈਲਾਇਆ, ਇਹ ਤਾਂ ਜਾਣਬੁੱਝ ਕੇ ਗੱਲਾਂ ਕੀਤੀਆਂ ਜਾ ਰਹੀਆਂ ਇੱਕ ਕੌਮ ਘੱਟ ਗਿਣਤੀਆਂ ਦੇ ਖਿਲਾਫ। ਤੇ ਭਾਰਤ ਦੇ ਵਿੱਚ ਘੱਟ ਗਿਣਤੀਆਂ 'ਤੇ ਹਮੇਸ਼ਾ ਹੀ ਇਹ ਹਮਲੇ ਹੋ ਰਹੇ ਆ। ਪਿੱਛੇ ਜੇ ਜਾਣਬੁੱਝ ਕੇ ਸਾਡੇ NRI ਵੀਰਾਂ ਨੂੰ, ਬਾਹਰਲੇ ਵੀਰਾਂ ਨੂੰ ਬਦਨਾਮ ਕੀਤਾ ਗਿਆ ਵੀ ਉਹ ਕਰੋਨਾ ਲਿਆਏ ਆ, ਜਦ ਕਿ NRI ਵੀਰਾਂ ਨੇ ਪੰਜਾਬ ਦੀ ਵੱਡੇ ਪੱਧਰ 'ਤੇ ਮਦਦ ਕੀਤੀ ਆ। ਪੰਜਾਬ ਦੀ ਕੋਈ ਰਾਜਨੀਤਿਕ ਪਾਰਟੀ, ਆਮ ਆਦਮੀ ਪਾਰਟੀ ਦੀ ਗੱਲ ਕਰ ਲਓ, ਲੱਖਾਂ ਰੁਪਈਆ ਫੰਡ ਇਹਨਾਂ ਨੂੰ ਭੇਜਿਆ ਇਲੈਕਸ਼ਨ ਲੜਨ ਵਾਸਤੇ। ਫਿਰ ਦੇਖੋ ਕੋਈ ਪੰਜਾਬ ਦੀ ਇਹੋ ਜਿਹੀ ਕੋਈ ਧਾਰਮਿਕ ਜਥੇਬੰਦੀ ਨਹੀਂ, ਕੋਈ ਧਾਰਮਿਕ ਬਾਬਾ ਨਹੀਂ, ਕੋਈ ਸਮਾਜ ਸੇਵੀ ਜਥੇਬੰਦੀ ਨਹੀਂ, ਕੋਈ ਕਲੱਬ ਨਹੀਂ ਗਾ ਜੋ ਪੰਜਾਬ ਦਾ, ਜਿਨ੍ਹਾਂ ਨੂੰ ਬਾਹਰਲੇ ਸਾਡੇ ਵੀਰ ਜਿਹੜੇ 10-9 ਦੀ ਕਿਰਤ ਕਰਦੇ ਆ, 18 ਘੰਟੇ ਕੰਮ ਕਰਦੇ ਆ, ਬਰਫਾਂ 'ਤੇ ਟਰਾਲੇ ਚਲਾਉਂਦੇ ਆ, ਦਿਨ ਪਰ ਰਾਤ ਕਰਕੇ ਸਹੀ ਕਿਰਤ ਕਰਦੇ ਆ, ਉਹ ਜੋ ਦਸਵੰਧ ਕੱਢ ਕੇ ਭੇਜਦੇ ਆ, ਅੱਜ ਉਹਨਾਂ ਲੋਕਾਂ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ। ਮੈਨੂੰ ਤਾਂ ਇੱਥੋਂ ਇਹੀ ਲੱਗਦਾ ਕਿ ਸਰਕਾਰਾਂ ਦੀ ਇਹ ਸੋਚ ਆ, ਉਹਦੇ ਵਿੱਚ ਵੱਡੇ ਪੱਧਰ 'ਤੇ ਜਿਹੜੇ ਸਾਡੇ ਸੰਘਰਸ਼ੀਲ ਯੋਧੇ ਉੱਥੇ ਬੈਠੇ ਬਾਹਰ, ਸਾਡੇ ਤਾਂ ਹੁਣ ਬੱਚੇ ਜਾਣ ਲੱਗੇ ਵਾਲੇ, ਜਿਹੜੇ ਮਦਦ ਕਰਦੇ ਆਰਥਿਕ ਲੋਕਾਂ ਦੀ, ਉਹ ਪੁਰਾਣੇ ਗਏ ਵੇ ਲੋਕ 1984 ਤੋਂ ਲੈ ਕੇ 78 ਤੋਂ ਲੈ ਕੇ 84 ਤੱਕ, 95 ਤੱਕ, ਜਿਹੜੇ ਸਾਡੇ ਇੱਥੋਂ ਭਾਰਤ ਸਰਕਾਰ ਚਾਹੇ ਪੁਲਿਸ ਦੀਆਂ ਵਧੀਕੀਆਂ ਕਾਰਨ ਇੱਥੋਂ ਚਲੇ ਗਏ, ਉਹ ਲੋਕ ਬੈਠੇ, ਉਹਨਾਂ ਨੂੰ ਜਾਣਬੁੱਝ ਕੇ ਬਦਨਾਮ ਕੀਤਾ ਜਾ। NRI ਵੀਰਾਂ ਦਾ ਪੰਜਾਬ ਨੂੰ ਬਚਾਉਣ ਲਈ, ਪੰਜਾਬ ਦੇ ਪਿੰਡਾਂ ਦੇ ਵਿਕਾਸ ਲਈ ਕੋਈ ਇਹੋ ਜਿਹਾ ਰਾਗੀ ਢਾਡੀ ਕੋਈ ਜਥੇ ਜਿਨ੍ਹਾਂ ਨੂੰ ਉਹ ਬੁਲਾਉਂਦੇ ਆ, ਉੱਥੇ ਗੁਰਦੁਆਰਿਆਂ ਦੇ ਵਿੱਚ ਬੁਲਾ ਕੇ ਆਰਥਿਕ ਮਦਦ ਕਰਦੇ ਆ, ਕਬੱਡੀ ਖਿਡਾਰੀ ਆ, ਕਲਾਕਾਰ ਆ, ਪਿੱਛੇ ਜੇ ਉਹਨੇ ਇੱਕ ਗੀਤ ਹੀ ਬਣਾਇਆ, ਤੇ ਜਾਣਬੁੱਝ ਕੇ ਬਦਨਾਮ ਕੀਤਾ ਜਾ ਰਿਹਾ। ਉਹਨਾਂ ਵੱਲੋਂ ਗੀਤ ਕੱਢ ਕੇ ਸ਼ਰੇਆਮ ਜਿਹੜੀ ਆ ਉਹ NRI ਵੀਰਾਂ ਦੀ ਬਦਨਾਮੀ ਕੀਤੀ ਗਈ, ਤੇ ਇੱਕ ਪਾਸੇ ਉਹ ਹੀ ਬਾਹਰਲੇ ਮੁਲਕਾਂ ਦੇ ਟੂਰ ਲਾ ਕੇ ਤੇ ਉੱਥੋਂ ਡਾਲਰ ਲੈ ਕੇ ਆਉਂਦੇ। ਮੈਂ ਤਾਂ NRI ਵੀਰਾਂ ਨੂੰ ਬੇਨਤੀ ਕਰੂੰਗਾ ਕਿ ਇਹੋ ਜਿਹੇ ਲੋਕਾਂ ਦਾ ਬਾਈਕਾਟ ਕੀਤਾ ਜਾਵੇ, ਇਹਨਾਂ ਲੋਕਾਂ ਨੂੰ ਉੱਥੋਂ ਦੀ ਤਾਂ ਵਿਦੇਸ਼ਾਂ ਦੀ ਧਰਤੀ 'ਤੇ ਵੜਨ ਨਹੀਂ ਦੇਣਾ ਚਾਹੀਦਾ, ਏਅਰਪੋਰਟ 'ਤੇ ਇਹਨਾਂ ਦਾ ਵਿਰੋਧ ਕਰਨਾ, ਉੱਥੋਂ ਵਾਪਸ ਮੋੜਨਾ ਚਾਹੀਦਾ, ਕਿਉਂਕਿ ਜਾਣਬੁੱਝ ਕੇ ਇਹਨਾਂ ਨੇ ਇੱਕ ਜੋ ਇਹ ਗੀਤ ਕੱਢ ਕੇ ਉਹਨਾਂ ਦੀਆਂ ਜੋ ਭਾਵਨਾ ਨੂੰ ਠੇਸ ਪਹੁੰਚਾਈ ਆ।
ਤੁਹਾਨੂੰ ਲੱਗਦਾ ਕਿ ਇੱਕ ਸਿੱਖੀ ਵੀ ਮਜ਼ਾਕ ਦਾ ਪਾਤਰ ਬਣਦੀ ਜਾ ਰਹੀ ਆ ਤੇ ਜਿਹੜੇ ਵੀਰ ਬਾਹਰਲੇ ਮੁਲਕਾਂ ਦੇ ਵਿੱਚ ਮਿਹਨਤ ਕਰਨ ਜਾ ਰਹੇ ਨੇ ਉਹਨਾਂ ਨੂੰ ਵੀ ਮਜ਼ਾਕ ਦਾ ਪਾਤਰ ਬਣਾਇਆ ਜਾਂਦਾ, ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਨਤੀਜੇ ਭਿਆਨਕ ਨਿਕਲ ਸਕਦੇ? ਬਿਲਕੁਲ ਜੀ, ਜਿਵੇਂ ਇਹ ਹੁਣ ਸਮਾਂ ਚੱਲ ਰਿਹਾ ਇਸ ਤੋਂ ਤਾਂ ਲੱਗਦਾ ਹੀ ਆ, ਕਿਉਂਕਿ ਜਾਣਬੁੱਝ ਕੇ ਕਿਸੇ ਦੇ ਉੱਤੇ ਅਟੈਕ ਕਰਨਾ ਬਹੁਤ ਮਾੜੀ ਗੱਲ ਆ, ਕਿਉਂਕਿ ਉਹ ਵੀਰ ਹਮੇਸ਼ਾ ਹੀ ਪੰਜਾਬ ਦਾ ਭਲਾ ਸੋਚਦੇ ਆ, ਉਹਨਾਂ ਦੇ ਅੰਦਰ ਦਰਦ ਆ, ਉਹ ਇੱਥੋਂ ਦੇ ਜੰਮੇ ਪਲੇ ਆ, ਉਹਨਾਂ ਦਾ ਪੰਜਾਬ ਦੀ ਧਰਤੀ ਦੇ ਵੱਡੇ ਪੱਧਰ ਤੇ ਪੰਜਾਬ ਨੂੰ ਬਚਾਉਣ ਵਿੱਚ ਹਿੱਸਾ ਹਮੇਸ਼ਾ ਹੀ ਉਹਨਾਂ ਦੇ ਪੰਜਾਬ ਦੇ ਭਲੇ ਦੀ ਗੱਲ ਕੀਤੀ ਆ, ਕੌਮ ਦੀ ਗੱਲ ਕੀਤੀ ਆ, ਕੌਮੀ ਮੁੱਦਿਆਂ ਤੇ ਅੱਜ ਵੀ ਬੋਲਦੇ ਆ। ਵੇਖੋ ਵਿਦੇਸ਼ਾਂ ਦੇ ਵਿੱਚ ਬੈਠੇ ਆ, ਉਹਦਾ ਸੈੱਟ ਆ, ਪਰਿਵਾਰਾਂ ਦੇ ਵਿੱਚ ਵਧੀਆ ਸੁਖੀ ਵਸ ਰਹੇ ਆ, ਪਰ ਉਹਨਾਂ ਦੇ ਅੰਦਰ ਅੱਜ ਵੀ ਦਰਦ ਆ ਕੌਮ ਦਾ। ਕੋਈ ਵੀ ਕੌਮੀ ਮਸਲਾ ਹੁੰਦਾ, ਸਾਡੇ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਉਹ ਉਸ ਮੁੱਦੇ ਤੇ ਉੱਥੇ ਸੰਘਰਸ਼ ਕਰਦੇ ਆ, ਉਹਨਾਂ ਦੀਆਂ ਸਰਕਾਰਾਂ ਤੱਕ ਗੱਲ ਪਹੁੰਚਾਉਂਦੇ ਆ। ਤੇ ਅੱਜ ਬਹੁਤ ਮਾੜੀ ਗੱਲ ਆ ਉਹਨਾਂ ਲੋਕਾਂ ਨੂੰ, ਅੱਜ ਜੋ ਲੋਕ ਫੰਡ ਰਹੇ ਆ, ਅਟੈਕ ਕਰ ਰਹੇ ਆ। ਹੱਲ ਕੀ ਨਿਕਲ ਸਕਦਾ? ਹਾਲ ਤਾਂ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਸਾਹਿਬ ਨੂੰ ਮੇਰੀ ਬੇਨਤੀ ਆ ਕਿ ਜੇ ਇਹੋ ਜਿਹੇ ਲੋਕਾਂ ਤੇ ਕਾਰਵਾਈ ਕਰਨੀ ਚਾਹੀਦੀ ਆ। ਕਿਹੋ ਜਿਹੀ ਕਾਰਵਾਈ ਹੋਣੀ ਚਾਹੀਦੀ ਆ ਤਾਂ ਰੁਕ ਸਕਦਾ? ਕਿਉਂਕਿ ਕਾਰਵਾਈ ਤਾਂ ਜਦੋਂ ਕਾਰਵਾਈ ਦੀ ਗੱਲ ਹੁੰਦੀ ਆ, ਕਾਰਵਾਈ ਅਕਸਰ ਹੀ ਰੁਕ ਜਾਂਦੀ ਆ, ਕਾਰਵਾਈ ਦੀ ਗੱਲ ਹੋ ਜਾਂਦੀ ਆ, ਕਾਰਵਾਈ ਹੁੰਦੀ ਹੈ ਹੀ ਨਹੀਂ। ਮੈਨੂੰ ਤਾਂ ਇੱਥੋਂ ਤੱਕ ਲੱਗਦਾ ਪਹਿਲਾਂ ਤਾਂ ਇਹੀ ਕੰਮ ਚੱਲਦਾ ਰਿਹਾ ਹੁਣ ਤੱਕ ਕਿ ਜਥੇਦਾਰ ਸਾਹਿਬਾਨ ਕੋਈ ਜ਼ਰੂਰਤ ਵਾਲਾ ਆਇਆ ਹੀ ਨਹੀਂਗਾ। ਉਹ ਭਾਈ ਕਾਲੀ ਫੂਲਾ ਸਿੰਘ ਜੀ ਜਿਹਨੇ ਭਾਈ ਮਹਾਰਾਜਾ ਰਣਜੀਤ ਸਿੰਘ ਨੂੰ ਕੋਰਡੇ ਮਾਰਤੇ ਸੀ ਇਮਲੀ ਦੇ ਦਰਖਤ ਨਾਲ ਬੰਨ੍ਹ ਕੇ। ਤੇ ਅੱਜ ਉਮੀਦ ਮੈਨੂੰ ਤਾਂ ਮਾਣ ਤਾਂ ਹੈ, ਆਸ ਕਰਨੀ ਚਾਹੀਦੀ ਆ। ਜਥੇਦਾਰ ਸਾਹਿਬ ਜਦੋਂ ਦੇ ਗਿਆਨੀ ਹਰਪ੍ਰੀਤ ਸਿੰਘ ਕਾਰਜਕਾਰੀ ਜਥੇਦਾਰ ਲੱਗੇ ਆ ਤੇ ਕੌਮ ਦੇ ਮਸਲੇ ਤੇ ਉਹ ਗੱਲ ਕਰਦੇ ਆ, ਪੂਰੀ ਜ਼ਰੂਰਤ ਨਾਲ ਬੋਲਦੇ ਆ, ਤੇ ਉਹਨਾਂ ਤੋਂ ਸਾਨੂੰ ਆਸ ਤਾਂ ਕਰਨੀ ਚਾਹੀਦੀ ਆ। ਇਹ ਸਨ ਭਾਈ ਦਲੇਰ ਸਿੰਘ ਡੋੜ ਜਿਨ੍ਹਾਂ ਨੇ ਗੱਲਬਾਤ ਕੀਤੀ ਕਿ ਭਗਵੰਤ ਮਾਨ ਵੱਲੋਂ ਜਿਹੜਾ ਬੇਤੁਕਾ ਜਿਹੜਾ ਬਿਆਨ ਦੇਣਾ ਸੀ ਖਾਲਸਾ ਲਾਪਰਵਾਹ ਕੇ ਬੇਪਰਵਾਹ, ਉਹਦੇ 'ਤੇ ਗੱਲਬਾਤ ਕੀਤੀ। ਜਿਵੇਂ ਫੁਲਕਾ ਸਾਹਿਬ ਵੱਲੋਂ 35 ਸਾਲ ਸਿੱਖਾਂ ਦੇ ਹੋਈ ਨਸਲਕੁਸ਼ੀ ਦੇ ਲੈ ਕੇ ਦੰਗਿਆਂ ਦੇ ਜਿਹੜੀ ਉਹ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਦੀ ਗੱਲ ਸੀ, ਉਹ ਕਹਿੰਦੇ ਵੀ ਸਿਆਸਤ ਕਰ ਰਹੇ ਨੇ। ਇੱਕ ਪਾਸੇ ਨੇੜੇ ਖੰਨਾ ਦੇ ਵਿੱਚ ਇੱਕ ਸਿੱਖ ਦੇ ਨਾਲ ਜ਼ੁਲਮ ਹੋਇਆ, ਉੱਥੇ ਬੋਲਦੇ ਨਹੀਂ। ਇੱਕ ਪਾਸੇ ਪਟਿਆਲਾ ਉਸ ਤੋਂ ਵੀ ਅੱਗੇ ਪੈਂਦਾ, ਉੱਥੋਂ ਹੋਈ ਘਟਨਾ ਤੇ ਉਹ ਸਖਤ ਸ਼ਬਦਾਂ ਵਿੱਚ ਨਿੰਦਾ ਕਰ ਦਿੰਦੇ ਨੇ, ਜਿਨ੍ਹਾਂ ਦੇ ਵਿੱਚੋਂ 4 ਬੇਦੋਸ਼ੇ ਪੁਲਿਸ ਨੇ ਪਾ ਕੇ ਛੱਡ ਵੀ ਦਿੱਤੇ। ਉਹ ਕਹਿੰਦੇ ਕਿ ਇਹਨਾਂ ਸਾਰਿਆਂ ਨੂੰ ਸਲਾਖਾਂ ਦੇ ਪਿੱਛੇ ਧੱਕ ਦਿਓ ਤੇ ਸਖਤ ਤੋਂ ਸਖਤ ਸਜ਼ਾ ਦਿਓ। ਇੱਥੋਂ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਜਿਹੜੇ ਨਤੀਜੇ ਆ ਉਹ ਭਿਆਨਕ ਹੋ ਸਕਦੇ ਨੇ। ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।